ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ, ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਧ ਸੰਗਤ ਜੀ, ਆਪ ਸਾਰੇ ਹੀ ਵਡਭਾਗੇ ਹੋ ਜਿੱਥੇ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਸਰਗੁਣ ਸਰੂਪ ਦਸਵੇਂ ਗੁਰੂ ਨਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ ਦੇ ਵਾਸਤੇ ਅਵਤਾਰ ਧਾਰਿਆ, ਆਪਣਾ ਆਪ ਪ੍ਰਕਾਸ਼ ਕੀਤਾ। ਉਸ ਮਹਾਨ ਪਵਿੱਤਰ ਅਸਥਾਨ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਆਪਣਾ ਲੋਕ ਪਰਲੋਕ ਸੁਹੇਲਾ ਬਣਾ ਰਹੇ ਹੋ। ਕਲਗੀਧਰ ਦਸਮੇਸ਼ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਇਹੀ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ ਅਤੇ ਇਹ ਸਭ ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਰਹਿਮਤ ਦਾ ਸਦਕਾ ਹੈ। ਸੋ ਸਾਧ ਸੰਗਤ ਜੀ, ਇਸ ਸਮੇਂ ਗੁਰ ਇਤਿਹਾਸ ਦੀ ਲੜੀਵਾਰ ਕਥਾ ਚੱਲ ਰਹੀ ਹੈ। ਕਵੀਆਂ ਦੇ ਸਿਰਮੌਰ ਚੂੜਾਮਨ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੁਆਰਾ ਰਚਿਤ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ 7ਵੀਂ ਰਾਸ ਚੱਲ ਰਹੀ ਹੈ। ਕੱਲ੍ਹ ਦੇ ਪ੍ਰਕਰਨ ਅੰਦਰ ਆਪ ਸਾਰਿਆਂ ਨੇ ਸਰਵਣ ਕੀਤਾ। ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪਰਿਵਾਰ ਸਮੇਤ ਸਾਹਿਬਜ਼ਾਦੇ ਨਾਲ ਹਨ। ਕੁਝ ਕੁ ਸੂਰਮੇ ਹਨ। ਅੰਮ੍ਰਿਤਸਰ ਸਾਹਿਬੋਂ ਚੱਲ ਕਰਕੇ ਪਹਾੜਾਂ ਵੱਲ ਆਏ, ਜਿੱਥੇ ਸੁਣਿਆ ਸੀ ਕਿ ਬਾਬਾ ਸ੍ਰੀ ਚੰਦ ਜੀ ਤਪ ਕਰ ਰਹੇ ਹਨ। ਜਦੋਂ ਪਹਾੜਾਂ ਦੀ ਸੈਲ ਕਰਦੇ ਹੋਏ, ਸ਼ਿਕਾਰ ਕਰਦੇ ਹੋਏ ਡੇਰਾ ਕੀਤਾ, ਕੁਝ ਕੁ ਦਿਨ ਉੱਥੇ ਬਤੀਤ ਕੀਤੇ, ਫਿਰ ਪਹਾੜਾਂ 'ਤੇ ਉੱਪਰ ਗਏ, ਬਾਬਾ ਸ੍ਰੀ ਚੰਦ ਜੀ ਦੇ ਦਰਸ਼ਨ ਕੀਤੇ। ਬਾਬਾ ਸ੍ਰੀ ਚੰਦ ਜੀ ਨੇ ਪੁੱਛਿਆ, ਪੁਰਖਾ ਤੇਰੇ ਕਿੰਨੇ ਸਪੁੱਤਰ ਹਨ? ਮਹਾਰਾਜ 5 ਸੀਗੇ, ਇੱਕ ਪਰਲੋਕ ਸਿਧਾਰ ਗਿਆ, 4 ਤੁਹਾਡੇ ਸਾਹਮਣੇ ਹਨ। ਕਿਹਾ ਇੱਕ ਪੁੱਤਰ ਮੈਨੂੰ ਦੇ ਦੇ। ਤਾਂ ਉਸ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਜੀ ਨੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਨੂੰ ਨਵੇਂ ਵਸਤਰ ਸ਼ਸਤਰ ਪਹਿਰਾ ਕਰਕੇ ਅੱਗੇ ਬਿਠਾ ਦਿੱਤਾ। ਬਾਬਾ ਸ੍ਰੀ ਚੰਦ ਜੀ ਬੜੇ ਪ੍ਰਸੰਨ ਹੋਏ। ਕਿਹਾ ਪਹਿਲਾਂ ਹੀ ਤੁਸਾਂ ਨੇ ਸਭ ਕੁਝ ਸਾਡੇ ਪਿਤਾ ਜੀ ਪਾਸੋਂ ਲੈ ਲਿਆ, ਹੁਣ ਸਾਡੇ ਕੋਲ ਇੱਕ ਟੋਪੀ ਰਹਿ ਗਈ ਸੀ, ਉਹ ਵੀ ਤੁਸਾਂ ਨੇ ਲੈ ਲਈ। ਤੁਸੀਂ ਨਿਮਰਤਾ ਧਾਰ ਕਰਕੇ ਸਭ ਕੁਝ ਲੈ ਲੈਂਦੇ ਹੋ, ਇਹ ਤੁਹਾਡੀ ਖਾਸੀਅਤ ਹੈ। ਸੋ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੂੰ ਬਾਬਾ ਸ੍ਰੀ ਚੰਦ ਜੀ ਨੇ ਕਿਹਾ ਇੱਕ ਪੁੱਤਰ ਸਾਨੂੰ ਦੇ ਦਿਓ, ਬਾਕੀ ਆਪਣੇ ਕੋਲ ਰੱਖੋ। ਬਾਬਾ ਗੁਰਦਿੱਤਾ ਜੀ ਨੂੰ ਸੌਂਪ ਦਿੱਤਾ। ਉਸ ਵੇਲੇ ਬਾਬਾ ਸ੍ਰੀ ਚੰਦ ਜੀ ਨੇ ਆਪਣੇ ਸਿਰ 'ਤੇ ਜੋ ਟੋਪੀ ਸਜਾਈ ਹੋਈ ਸੀ ਬਾਬਾ ਗੁਰਦਿੱਤਾ ਜੀ ਦੇ ਸੀਸ 'ਤੇ ਧਰ ਦਿੱਤੀ। ਉਸ ਦਿਨ ਤੋਂ ਬਾਬੇ ਕੇ ਅਖਵਾਉਣ ਲੱਗੇ ਬਾਬਾ ਗੁਰਦਿੱਤਾ ਸਾਹਿਬ ਜੀ। ਹੁਣ ਅਗਲੀ ਕਥਾ ਸਰਵਣ ਕਰਨ ਦੇ ਲਈ ਆਪੋ ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰ ਕਰੀਏ। ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ, ਗੁਰ ਕੈ ਚਰਨ ਹਿਰਦੈ ਲੈ ਧਾਰਉ, ਗੁਰ ਪਾਰ ਬ੍ਰਹਮ ਸਦਾ ਨਮਸਕਾਰਉ। ਸਤਿਗੁਰਾਂ ਦੇ ਪਵਿੱਤਰ ਚਰਨਾਂ ਕਮਲਾਂ ਨੂੰ ਹਿਰਦੇ ਵਿੱਚ ਵਸਾਉਂਦੇ ਹੋਏ ਰਸਨਾ ਪਵਿੱਤਰ ਕਰੀਏ। ਸਾਰੇ ਮਾਈ ਭਾਈ ਗੱਜ ਵੱਜ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਜੀ। ਫਿਰ ਸਾਰੇ ਗੱਜ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਜੀ।
ਅਪਰ ਪੁੱਤਰ ਗੁਰ ਕੇ ਲਖ ਚਿੱਤਾ। ਸੋ ਸਾਧ ਸੰਗਤ ਜੀ, ਕਵੀਆਂ ਦੇ ਸਿਰਮੌਰ ਚੂੜਾਮਨ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਅਗਲੀ ਕਥਾ ਵਰਣਨ ਕਰ ਰਹੇ ਹਨ। ਜੇਠਾ ਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਸੌਂਪ ਦਿੱਤਾ। ਬਾਕੀ ਤਿੰਨ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਾਰਿਆਂ ਨੇ ਜਾਣਿਆ। ਭਇਓ ਸੋ ਬਾਬੇ ਕੋ ਗੁਰ ਦਿੱਤਾ। ਬਾਬਾ ਗੁਰਦਿੱਤਾ ਜੀ ਬਾਬੇ ਕੇ ਹੋ ਗਏ। ਬਾਬਾ ਸ੍ਰੀ ਚੰਦ ਜੀ ਨੇ ਆਪਣੀ ਸੇਲੀ ਟੋਪੀ ਉਹਨਾਂ ਦੇ ਸੀਸ ਤੇ ਰੱਖ ਦਿੱਤੀ। ਸੋ ਉਸ ਦਿਨ ਤੋਂ ਬਾਬੇ ਕੇ ਅਖਵਾਉਣ ਲੱਗੇ। ਇਹੀ ਵਿਸ਼ੇਸ਼ਣ ਸਭ ਜਗ ਲਹੈ। ਸਾਰੇ ਜਗਤ ਵਿੱਚ ਇਹੀ ਵਿਸ਼ੇਸ਼ਣ ਗੁਰਦਿੱਤਾ ਬਾਬੇ ਕੇ ਇਹ ਵਿਸ਼ੇਸ਼ਣ ਪ੍ਰਚਲਿਤ ਹੋ ਗਿਆ। ਜਿਵੇਂ ਅਰਦਾਸ ਕਰਦੇ ਹਨ ਕਿ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ, ਇਹ ਪੰਕਤੀ ਪ੍ਰਸਿੱਧ ਹੋ ਗਈ ਸਾਰੇ ਜਗਤ ਵਿੱਚ। ਸ੍ਰੀ ਬਾਬਾ ਗੁਰ ਦਿੱਤਾ ਕਹੈ। ਔਰ ਸਾਰੇ ਹੀ ਜਗਤ ਦੇ ਸਿੱਖ ਸਾਰੇ ਕਹਿੰਦੇ ਹਨ ਬਾਬਾ ਗੁਰਦਿੱਤਾ ਜੀ ਕਹਿ ਕੇ ਸੰਬੋਧਨ ਕਰਦੇ ਹਨ। ਨਿਤ ਸਿੱਧ ਤਪ ਬਲ ਤੇ ਭਰੀ। ਰਿੱਧੀਆਂ ਸਿੱਧੀਆਂ ਤਾਪ ਦੇ ਬਲ ਦੇ ਨਾਲ ਭਰੀ ਹੋਈ। ਟੋਪੀ ਗੁਰ ਦਿੱਤੇ ਸਿਰ ਧਰੀ। ਉਹ ਟੋਪੀ ਜੋ ਰਿੱਧੀਆਂ ਸਿੱਧੀਆਂ ਬਲ ਦੇ ਨਾਲ ਭਰੀ ਹੋਈ, ਉਹ ਟੋਪੀ ਬਾਬਾ ਗੁਰਦਿੱਤਾ ਜੀ ਦੇ ਸੀਸ ਤੇ ਰੱਖ ਦਿੱਤੀ ਬਾਬਾ ਸ੍ਰੀ ਚੰਦ ਜੀ ਨੇ। ਕੇਤਕ ਦਿਉਸ ਰਹੇ ਤਿਨ ਪਾਸ। ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਿਤਨੇ ਦਿਨ ਬਾਬਾ ਸ੍ਰੀ ਚੰਦ ਜੀ ਦੇ ਕੋਲ ਰਹੇ। ਸੁਨੇ ਪਨੇ ਬਚ ਬਿਬਦ ਬਿਲਾਸ। ਨਾਨਾ ਪ੍ਰਕਾਰ ਦੇ ਕੌਤਕ ਬਚਨ ਬਿਲਾਸ ਕਰਦੇ ਰਹੇ। ਜੜੇ ਬੰਦਨਾ ਕਰ ਚਲ ਆਏ। ਫਿਰ ਚਰਨਾਂ ਤੇ ਨਮਸਕਾਰ ਕਰਕੇ ਗੁਰੂ ਸਾਹਿਬ ਜੀ ਵਾਪਸ ਮੁੜ ਆਏ। ਸੱਤਾ ਤ੍ਰਿਵ ਤਟ ਕੇ ਥਲ ਦਿਖਰਾਏ। ਸਤਲੁਜ ਦਰਿਆ ਦੇ ਕਿਨਾਰੇ ਦਾ ਇਲਾਕਾ, ਉਹ ਸਾਰੀ ਜ਼ਮੀਨ ਦਿਖਾਈ ਬਾਬਾ ਗੁਰਦਿੱਤਾ ਜੀ ਨੂੰ। ਵੱਡੋ ਪੁੱਤਰ ਸਮਝਾਇਓ ਤਬੈ। ਜੇਠੇ ਪੁੱਤਰ ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਸਾਰੀ ਗੱਲ ਸਮਝਾਈ। ਨਿਜਪੁਰ ਕਰਹੁ ਬਸਾਵਨ ਅਬੈ। ਆਪਣਾ ਨਗਰ ਇੱਥੇ ਸੋਹਣਾ ਨਗਰ ਬਸਾਉਣਾ ਕਰੋ ਹੁਣ। ਸ੍ਰੀ ਅੰਮ੍ਰਿਤਸਰ ਚਲ ਪੁਨ ਆਏ। ਉਹ ਸਾਰੀ ਗੱਲ ਸਮਝਾ ਕਰਕੇ ਆਪਣਾ ਨਗਰ ਬਸਾਉਣਾ ਕਰੋ। ਜਿਵੇਂ ਗੁਰੂ ਸਾਹਿਬਾਨਾਂ ਨੇ ਆਪੋ ਆਪਣਾ ਨਗਰ ਵਸਾਇਆ, ਇਸੇ ਤਰ੍ਹਾਂ ਤੁਸੀਂ ਵੀ ਆਪਣਾ ਨਗਰ ਵਸਾਓ। ਇਉਂ ਸਮਝਾ ਕੇ ਅੰਮ੍ਰਿਤਸਰ ਸਾਹਿਬ ਚੱਲ ਆਏ। ਬਸ ਕਰਕੇ ਤਕ ਦਿਉਸ ਬਿਤਾਏ। ਉਹ ਅੰਮ੍ਰਿਤਸਰ ਸਾਹਿਬ ਬਸਦਿਆਂ ਕਿਤਨੇ ਦਿਨ ਬਤੀਤ ਕੀਤੇ। ਜੇ ਸਟ ਪੁੱਤਰ ਹਿਰਦੇ ਬਹੁ ਪਿਆਰੇ। ਜੇਠਾ ਪੁੱਤਰ ਬਾਬਾ ਗੁਰਦਿੱਤਾ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਬਹੁਤ ਪਿਆਰਾ ਲੱਗਦਾ ਹੈ। ਸਨੇ ਸਨੇਹੋ ਸਰੀਰ ਨਿਹਾਰੇ। ਬੜੇ ਪ੍ਰੇਮ ਦੇ ਸਹਿਤ ਜੇਠੇ ਪੁੱਤਰ ਬਾਬਾ ਗੁਰਦਿੱਤਾ ਜੀ ਦੇ ਸਰੀਰ ਨੂੰ ਵੇਖਦੇ ਹਨ। ਲਖੀ ਭਵਿਖਯਤ ਗਤ ਚਿਤ ਮਾਹੂ। ਚਿਤ ਵਿੱਚ ਭਵਿਖਤ ਵਾਕ ਨੂੰ ਵਿਚਾਰਨਾ ਕੀਤਾ। ਹੋਨ ਹਾਰ ਨਹਿ ਮਿਟੈ ਕਦਾਹੂ। ਹੋਣਾ ਹੈ ਸੋ ਹੋਈਆ ਮਨ ਨ ਕੀਜੈ ਆਸ। ਸੋ ਹੋਣਹਾਰ ਕਦੇ ਮਿਟਣ ਵਾਲੀ ਨਹੀਂ ਹੈ। ਸੁਤ ਤੇ ਨਗਰ ਬਸਾਵਨ ਚਾਹ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ ਪਾਸੋਂ ਨਗਰ ਬਸਾਉਣਾ ਚਾਹਿਆ। ਜਥਾ ਗੁਰਨਪੁਰ ਹਿਰਦੇ ਉਮਾਹ। ਜਿਵੇਂ ਸਾਰੇ ਗੁਰੂ ਸਾਹਿਬਾਨਾਂ ਨੇ ਆਪੋ ਆਪਣਾ ਨਗਰ ਵਸਾਇਆ, ਜਿਵੇਂ ਸੋਢੀ ਸੁਲਤਾਨ ਧੰਨ ਧੰਨ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਰਾਮਦਾਸਪੁਰ ਵਸਾਇਆ, ਜਿਸ ਦਾ ਜ਼ਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਆਉਂਦਾ। ਡਿੱਠੇ ਸਭੇ ਥਾਵ ਨਹੀਂ ਤੂੰ ਜਿਹਿਆ, ਬੱਧੋ ਪੁਰਖ ਵਿਧਾਤਾ ਤਾਂ ਤੂੰ ਸੋਹਿਆ। ਬਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰਿਆ ਨਾਨਕ ਕਸਮਲ ਜਾਹੇ ਨਾਇ ਰਾਮਦਾਸ ਸਰ। ਨਗਰ ਦਾ ਨਾਮ ਰਾਮਦਾਸਪੁਰ ਸੀ ਤੇ ਸਰੋਵਰ ਦਾ ਨਾਮ ਰਾਮਦਾਸ ਸਰ ਸੀ। ਪੰਚਮ ਪਿਤਾ ਜੀ ਨੇ ਜਦੋਂ ਹਰਿਮੰਦਰ ਸਾਹਿਬ ਅਤੇ ਸਰੋਵਰ ਦੀ ਸੇਵਾ ਸੰਪੂਰਨ ਕੀਤੀ, ਉਸ ਵੇਲੇ ਨਗਰ ਦਾ ਤੇ ਸਰੋਵਰ ਦਾ ਨਾਮ ਅੰਮ੍ਰਿਤਸਰ ਰੱਖਿਆ ਤੇ ਬਚਨ ਕੀਤਾ, ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਾਤੈ ਕਊਆ ਹੰਸ ਹੋ ਹੈ। ਅੰਮ੍ਰਿਤਸਰ ਸਿਫਤੀ ਦਾ ਘਰ ਕਿਹਾ ਹੈ।
ਸੋ ਇਸ ਤਰ੍ਹਾਂ ਗੁਰੂ ਸਾਹਿਬਾਨਾਂ ਨੇ ਆਪੋ ਆਪਣਾ ਨਗਰ ਜਿਵੇਂ ਵਸਾਇਆ। ਇੱਕ ਦਿਨ ਨਿਕਟ ਬੁਲਾਏ ਬਿਠਾਏ, ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਜੀ ਨੇ ਵੱਡੇ ਪੁੱਤਰ ਨੂੰ ਇੱਕ ਦਿਨ ਆਪਣੇ ਕੋਲ ਬਿਠਾਇਆ। ਨਮਰ ਹੋਏ ਥਿਰ ਪੇ ਸੁਖ ਪਾਏ। ਬਹੁਤ ਨਿਮਰਤਾ ਦੇ ਸਹਿਤ ਆ ਕਰਕੇ ਬਾਬਾ ਗੁਰਦਿੱਤਾ ਜੀ ਗੁਰੂ ਪਿਤਾ ਜੀ ਦੀ ਹਜ਼ੂਰੀ ਵਿੱਚ ਬੈਠ ਗਏ। ਕਹਿਤ ਪਏ ਅਬ ਕਾਰਜ ਕਰੋ। ਗੁਰੂ ਸਾਹਿਬ ਜੀ ਕਹਿਣ ਲੱਗੇ, ਹੈ ਪੁੱਤਰ ਹੁਣ ਜੋ ਜ਼ਰੂਰੀ ਕੰਮ ਕਰਨਾ ਹੈ ਉਹ ਕਰਨਾ ਕਰੋ। ਸੈਲਨ ਦੇਸ ਸਤਦਰਬ ਕੋ ਤਰੋ। ਔਰ ਸਤਲੁਜ ਦਰਿਆ ਦੇ ਕਿਨਾਰੇ ਹੇਠਾਂ ਉਹ ਸੁੰਦਰ ਨਗਰ ਵਸਾਉਣਾ ਕਰੋ। ਕੇਤਕ ਪਰੇ ਅਪਰ ਗਿਰ ਅਹ। ਔਰ ਕਿਤਨੇ ਹੋਰ ਵੀ ਪਹਾੜ ਪਰੇ ਹਨ। ਬੁੱਢਣ ਸਾਹੋ ਸੰਤ ਇੱਕ ਰਹਿ। ਉੱਥੇ ਪਹਾੜਾਂ ਦੇ ਉੱਪਰ ਇੱਕ ਬੁੱਢਣ ਸਾਹ ਨਾਮੇ ਫਕੀਰ ਰਹਿੰਦਾ ਹੈ। ਕਰਤ ਪ੍ਰਤੀਖਨ ਤਾਰਤ ਧਿਆਨ। ਉਹ ਧਿਆਨ ਧਾਰ ਕਰਕੇ ਉਡੀਕ ਕਰ ਰਿਹਾ ਹੈ। ਤੁਮਕੋ ਮਿਲਿਓ ਚਹਿ ਤਿਸ ਥਾਨਾ। ਉਸ ਸਥਾਨ ਤੇ ਤੁਹਾਨੂੰ ਮਿਲਣਾ ਚਾਹੁੰਦਾ ਹੈ। ਸ੍ਰੀ ਗੁਰ ਦਿੱਤੇ ਸੁਨ ਕਰ ਜੋਰੇ। ਬਾਬਾ ਗੁਰਦਿੱਤਾ ਜੀ ਨੇ ਗੁਰੂ ਪਿਤਾ ਜੀ ਦਾ ਹੁਕਮ ਸੁਣ ਕੇ ਦੋਨੇ ਹੱਥ ਜੋੜੇ। ਕਿਮ ਬੈਠਿਓ ਮੇਲਾ ਕਿਮ ਲੋਰੇ। ਬੁੱਢਣ ਸਾਹਿਬ ਫਕੀਰ ਕਿਵੇਂ ਬੈਠਾ ਹੈ ਤੇ ਕਿਵੇਂ ਸਾਨੂੰ ਮਿਲਣਾ ਚਾਹੁੰਦਾ ਹੈ। ਕਹੋ ਕਹਾਂ ਮੈਂ ਤਿਸ ਕੋ ਜਾਏ। ਹੇ ਗੁਰੂ ਪਿਤਾ ਜੀ, ਮੈਂ ਜਾ ਕੇ ਉਸ ਬੁੱਢਣ ਸਾਹਿਬ ਫਕੀਰ ਨੂੰ ਕੀ ਕਹਾਂਗਾ। ਉਹ ਕਾਰਜ ਮਿਲਵੇ ਹੋਏ ਜਾਏ। ਉਹਨਾਂ ਦੇ ਨਾਲ ਮਿਲਣ ਨਾਲ ਕਿਹੜਾ ਕੰਮ ਹੋ ਜਾਵੇਗਾ। ਦਇਆ ਸਿੰਧ ਸਭ ਭੇਤ ਬਤਾਵੋ। ਦਇਆ ਦੇ ਸਮੁੰਦਰ ਆਪ ਸਾਰਾ ਭੇਦ ਸਾਨੂੰ ਦੱਸਣਾ ਕਰੋ। ਹੋਏ ਗੋਹੇ ਪੀ ਤਉ ਸੁਣਾਵੋ। ਜੇ ਕੋਈ ਗੁੱਜੀ ਗੱਲ ਹੈ ਉਹ ਵੀ ਮੈਨੂੰ ਕਹਿ ਕੇ ਸੁਣਾਵੋ। ਸੁਨ ਸ੍ਰੀ ਮੁਖ ਤੇ ਉਚਰਣ ਲਾਗੇ। ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣੇ ਪਵਿੱਤਰ ਮੁਖਾਰ ਬਿੰਦ ਤੋਂ ਇਉਂ ਉਚਾਰਨ ਕਰਨ ਲੱਗੇ। ਸ੍ਰੀ ਨਾਨਕ ਪਹੁੰਚੇ ਤਿਹ ਆਗੇ। ਪਹਿਲਾਂ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਹਾੜਾਂ ਤੇ ਬੁੱਢਣ ਸਾਹਿਬ ਫਕੀਰ ਦੇ ਕੋਲ ਪਹੁੰਚੇ ਸਨ। ਰਹਿਤ ਹੂ ਤੋ ਤਹ ਬੁੱਢਣ ਸਾਹੂ। ਪਹਾੜਾਂ ਦੇ ਉੱਪਰ ਬੁੱਢਣ ਸਾਹ ਨਾਮੇ ਫਕੀਰ ਰਹਿੰਦਾ ਸੀ। ਆਜ਼ਾਦੋਏ ਰਾਖਤ ਨਿਤ ਪਾਹੂ। ਹਮੇਸ਼ਾ ਹੀ 2 ਬੱਕਰੀਆਂ ਕੋਲ ਰੱਖਦਾ ਸੀ। ਤਿਨ ਪੈ ਪਾਨ ਕਰਤ ਸੋ ਰਹਿ। ਉਹ 2 ਬੱਕਰੀਆਂ ਦਾ ਦੁੱਧ ਚੋ ਕਰਕੇ ਨਿਤਾ ਪ੍ਰਤੀ ਪੀਂਦਾ ਸੀ ਤੇ ਤਪ ਕਰਦਾ ਸੀ। ਤਪ ਮੈਂ ਪ੍ਰੀਤ ਪ੍ਰਭੂ ਗੁਣ ਕਹਿ। ਤਪ ਵਿੱਚ ਬਹੁਤ ਪ੍ਰੀਤੀ ਸੀ, ਪ੍ਰਭੂ ਦੇ ਗੁਣ ਗਾਉਂਦਾ ਰਹਿੰਦਾ ਸੀ। ਬਾਲਾ ਮਰਦਾਨਾ ਸੰਗ ਦੋਏ। ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਲ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਦੋਨੇ ਨਾਲ ਹਨ। ਸ੍ਰੀ ਨਾਨਕ ਦੇਖਤ ਭਾਸੋਏ। ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਜਦੋਂ ਬੁੱਢਣ ਸਾਹਿਬ ਫਕੀਰ ਨੇ। ਲਖੇ ਸੰਤ ਸੇਵਨ ਕਰ ਚਾਹੂ। ਔਰ ਸੰਤ ਜਾਣ ਕਰਕੇ ਸੇਵਾ ਕਰਨੀ ਚਾਹੀ। ਅਜਾ ਦੁਗਤ ਆਨਤ ਪਾਪਾਹੂ। ਬੁੱਢਣ ਸਾਹਿਬ ਫਕੀਰ ਬੱਕਰੀਆਂ ਦਾ ਦੁੱਧ ਚੋ ਕੇ ਗੁਰੂ ਸਾਹਿਬ ਜੀ ਦੇ ਕੋਲ ਲੈ ਆਇਆ। ਮੈਂ ਬੈਠਿਓ ਤੁਮ ਚਲ ਕਰ ਆਏ। ਹੇ ਮਹਾਰਾਜ, ਮੈਂ ਇੱਥੇ ਕਾਫੀ ਚਿਰਾਂ ਤੋਂ ਬੈਠਾ ਤਪ ਕਰਦਾ ਹਾਂ। ਤੁਸਾਂ ਨੇ ਬੜੀ ਕਿਰਪਾ ਕੀਤੀ ਜੋ ਚੱਲ ਕੇ ਆਪ ਮੇਰੇ ਪਾਸ ਆਏ ਹੋ। ਉਚਿਤ ਸੇਵ ਕੋ ਯੂੰ ਲਖ ਪਾਏ। ਔਰ ਮਨ ਵੀ ਜਾਣਿਆ ਕਿ ਸੇਵਾ ਦੇ ਯੋਗ ਹਨ। ਇਹ ਸੰਤ ਹਨ, ਸਾਧੂ ਬਿਰਤੀ ਵਾਲੇ ਹਨ, ਇਹਨਾਂ ਦੀ ਸੇਵਾ ਕਰਨੀ ਚਾਹੀਦੀ ਹੈ। ਜਾਂ ਤੇ ਦੁਗਧ ਤਰਿਓ ਇਹ ਆਨ। ਹੇ ਮਹਾਰਾਜ, ਆਪ ਜੀ ਦੀ ਸੇਵਾ ਵਿੱਚ ਇਹ ਦੁੱਧ ਬੱਕਰੀਆਂ ਦਾ ਦੁੱਧ ਚੋ ਕੇ ਲਿਆ ਕੇ ਆਪ ਜੀ ਦੀ ਹਜ਼ੂਰੀ ਵਿੱਚ ਰੱਖਿਆ ਹੈ। ਅਚ ਹੋ ਸੰਤ ਜੀ ਰੁਚ ਕੋ ਠਾਨ। ਹੇ ਸੰਤ ਜੀ, ਰੁਚੀ ਕਰਕੇ ਰੁਚੀ ਪੂਰਵਕ ਇਸ ਦੁੱਧ ਨੂੰ ਪੀਣਾ ਕਰੋ, ਛਕਣਾ ਕਰੋ। ਸ੍ਰੀ ਨਾਨਕ ਸੁਨ ਬੂਝਣ ਕੀਨ। ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਪੁੱਛਣਾ ਕੀਤਾ। ਤਪ ਕੋ ਤਪਤ ਸਫਲ ਭੀ ਚੀਨ। ਕਾਫੀ ਸਮੇਂ ਤੋਂ ਜੋ ਤਪ ਸਾਧਨਾ ਕਰ ਰਹੇ ਹੋ, ਤਪ ਦੀ ਸਫਲਤਾ ਜਾਣੀ ਵੀ ਹੈ ਕਿ ਨਹੀਂ। ਉਪਜੀ ਸਾਤ ਕੇ ਨਹ ਮਨ ਮਾਹੀ। ਤੁਹਾਡੇ ਮਨ ਵਿੱਚ ਸ਼ਾਂਤੀ ਉਤਪੰਨ ਹੋਈ ਕਿ ਨਹੀਂ। ਤਪ ਤਾਂ ਸਾਰੇ ਕਰਦੇ ਹਨ। ਤਪ 3 ਪ੍ਰਕਾਰ ਦੀ ਹੈ, ਰਾਜਸੀ, ਤਾਮਸੀ, ਸਾਂਤਕੀ। ਸੋ ਤਾਮਸੀ ਤਪ ਜਿਹੜਾ ਹੈ ਉਹ ਮਨ ਵਿੱਚ ਹੰਕਾਰ ਪੈਦਾ ਕਰਦਾ ਹੈ। ਜੋ ਸਾਂਤਕੀ ਭਗਤੀ ਹੈ,
ਤਪ ਹੈ ਸੰਤ ਕੀ ਤਪ, ਉਹ ਮਨ ਨੂੰ ਸ਼ਾਂਤ ਕਰਨ ਵਾਲਾ ਹੈ। ਸੋ ਹੇ ਫਕੀਰ ਸਾਈਂ, ਤੁਹਾਡਾ ਮਨ ਸ਼ਾਂਤ ਹੋਇਆ ਕਿ ਨਹੀਂ? ਜਤਨ ਅਨੇਕ ਕਰਤ ਹਿਤ ਜਾਹੀ। ਜਿਸ ਵਾਸਤੇ ਤੁਸਾਂ ਨੇ ਅਨੇਕਾਂ ਹੀ ਯਤਨ ਕੀਤੇ, ਕਠੋਰ ਤਪ ਕੀਤਾ, ਸੁਨ ਊਚੇ ਬਚ ਬੁੱਢਣ ਸਾਹੂ। ਔਰ ਬੁੱਢਣ ਸਾਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਸੁਣ ਕਰਕੇ ਉੱਚੀ ਆਵਾਜ਼ ਵਿੱਚ ਇਉਂ ਕਹਿਣ ਲੱਗਿਆ, ਤੁਮਰੋ ਨਾਮ ਸੁਨਨ ਚਿਤ ਚਾਹੂ। ਹੇ ਗੁਰੂ ਮਹਾਰਾਜ, ਹੇ ਸੰਤ ਜੀ, ਆਪ ਜੀ ਦਾ ਨਾਮ ਮੈਂ ਸੁਣਨਾ ਚਾਹੁੰਦਾ ਹਾਂ। ਗੁਰ ਰੁਖ ਲਖਿਓ ਪਨੈ ਮਰਦਾਨਾ। ਸਤਿਗੁਰਾਂ ਦਾ ਰੁਖ ਲਖ ਕਰਕੇ ਜਾਣ ਕਰਕੇ ਭਾਈ ਮਰਦਾਨਾ ਜੀ ਕਹਿਣ ਲੱਗੇ, ਇਹੋ ਜਗ ਗੁਰ ਸ੍ਰੀ ਨਾਨਕ ਜਾਨਾ। ਇਹ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹਨ, ਜਾਣਨਾ ਕਰੋ। ਜਿਸ ਕੋ ਚਾਹਤ ਕੁਛ ਉਪਦੇਸਾ। ਔਰ ਜੋ ਕੋਈ ਜੋ ਉਪਦੇਸ਼ ਸੁਣਨਾ ਚਾਹੁੰਦਾ ਹੈ, ਜਿਹੜਾ ਵੀ ਉਪਦੇਸ਼ ਸੁਣਨ ਦਾ ਅਧਿਕਾਰੀ ਹੈ, ਗੁਣ ਗ੍ਰਾਹੀ ਹੈ, ਜਿੱਥੇ ਕਿਤੇ ਵੀ ਬੈਠਾ ਹੋਇਆ ਗੁਰਾਂ ਦੇ ਮੁਖਾਰ ਬਿੰਦ ਤੋਂ ਉਪਦੇਸ਼ ਸੁਣਨਾ ਚਾਹੁੰਦਾ ਹੈ, ਤਿਸ ਕੇ ਨਿਕਟ ਜਾਤ ਜਗ ਤੇ ਸਾ। ਜਗਤ ਦੇ ਮਾਲਕ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਜਗਿਆਸੂ, ਉੱਤਮ ਜਗਿਆਸੂ ਦੇ ਕੋਲ ਆਪ ਚੱਲ ਕੇ ਜਾਂਦੇ ਹਨ। ਨਾਨਕ ਗੁਰ ਸਮਾਨ ਤੀਰਥ ਨਹੀਂ ਕੋਏ। ਗੁਰੂ ਸਾਹਿਬ ਜੀ ਚੱਲਦੇ ਫਿਰਦੇ ਤੀਰਥ ਹਨ। ਇੱਕ ਤੀਰਥ ਤਾਂ ਸਥਿਰ ਰਹਿੰਦਾ ਹੈ ਜਿੱਥੇ ਅਸੀਂ ਚੱਲ ਕੇ ਜਾਂਦੇ ਹਾਂ। ਗੁਰੂ ਰੂਪ ਤੀਰਥ ਸਾਡੇ ਕੋਲ ਆਪ ਚੱਲ ਕੇ ਆਉਂਦੇ ਹਨ। ਜਿਵੇਂ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬੁੱਢਣ ਸਾਹਿਬ ਫਕੀਰ ਨੂੰ ਉਪਦੇਸ਼ ਦੇਣ ਵਾਸਤੇ ਚੱਲ ਕੇ ਆਏ। ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਸਿਫਤ ਕਰ ਰਹੇ ਹਨ। ਜਿਹੜਾ ਕੋਈ ਉੱਤਮ ਜਗਿਆਸੂ ਗੁਣ ਗ੍ਰਾਹੀ ਉਪਦੇਸ਼ ਸੁਣਨਾ ਚਾਹੁੰਦਾ ਹੈ, ਜਗਤ ਦੇ ਮਾਲਕ ਗੁਰੂ ਸਾਹਿਬ ਜੀ ਉਸ ਦੇ ਕੋਲ ਚੱਲ ਕੇ ਆਪ ਜਾਂਦੇ ਹਨ। ਸੁਨਤ ਨਾਮ ਪਾਇਨ ਪਰ ਪਰਿਓ। ਨਾਨਕ ਨਾਮ ਸੁਣ ਕਰਕੇ ਬੁੱਢਣ ਸਾਹਿਬ ਫਕੀਰ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਢਹਿ ਪਿਆ। ਕਹਿਓ ਕਿ ਮੋਹਿ ਨਿਹਾਲ ਅਬ ਕਰਿਓ। ਬੁੱਢਣ ਸਾਹਿਬ ਫਕੀਰ ਆਖਣ ਲੱਗਿਆ, ਮਹਾਰਾਜ ਆਪ ਜੀ ਨੇ ਸਾਨੂੰ ਨਿਹਾਲ ਕਰ ਦਿੱਤਾ, ਕ੍ਰਿਤ ਕ੍ਰਿਤ ਕਰ ਦਿੱਤਾ। ਸੁਨਤ ਹੂ ਤੋ ਜਸ ਰਾਵਰ ਕੇਰਾ। ਹੇ ਮਹਾਰਾਜ, ਪਹਿਲਾਂ ਵੀ ਆਪ ਜੀ ਦਾ ਜਸ ਪ੍ਰਤਾਪ ਸੁਣਿਆ ਹੋਇਆ ਸੀ। ਮਿਲ ਵੇ ਚਹਤ ਰਹਿਤ ਚਿਤ ਮੇਰਾ। ਮੇਰਾ ਚਿੱਤ ਦਿਨ ਰਾਤ ਆਪ ਜੀ ਨੂੰ ਮਿਲਣਾ ਚਾਹੁੰਦਾ ਸੀ। ਮਨ ਕੀ ਜਾਨ ਆਨ ਅਬ ਮਿਲੇ। ਮੇਰੇ ਮਨ ਦੀ ਦਿਲ ਦੀ ਗੱਲ ਜਾਣ ਕਰਕੇ ਤੁਸੀਂ ਕਿਰਪਾ ਕਰਕੇ ਤੁਮ ਆਏ ਹੋ ਮੋਹ ਪਰ ਕਿਰਪਾ ਕਰ। ਕਰੇ ਅਧਿਕ ਤਪ ਸੇ ਫਲ ਫਲੇ। ਔਰ ਜੋ ਮੈਂ ਅਧਿਕ ਤਪੱਸਿਆ ਕੀਤੀ ਉਸ ਦਾ ਫਲ ਫਲੀਭੂਤ ਹੋਇਆ ਹੈ। ਅਬ ਮਮ ਹੋਏ ਗਇਓ ਕਲਿਆਣ। ਹੁਣ ਮੇਰਾ ਕਲਿਆਣ ਹੋ ਗਿਆ ਆਪ ਜੀ ਦੇ ਦਰਸ਼ਨ ਕਰਕੇ। ਦਰਸ਼ਨ ਦੀਨਸ ਦਇਆ ਨਿਧਾਨ। ਇਹ ਦਇਆ ਦੇ ਖਜ਼ਾਨੇ ਸਤਿਗੁਰੂ ਆਪ ਜੀ ਨੇ ਬੜੀ ਕਿਰਪਾ ਕੀਤੀ, ਜੋ ਦਰਸ਼ਨ ਦੇ ਕੇ ਨਿਹਾਲ ਕੀਤਾ। ਇਤਿਆਦਿਕ ਤਬ ਬਿਨਾ ਬਖਾਨੀ। ਇਤਿਆਦਿਕ ਬੜੀ ਨਿਮਰਤਾ ਸਹਿਤ ਬੁੱਢਣ ਸਾਹਿਬ ਫਕੀਰ ਨੇ ਬੇਨਤੀ ਕਰੀ। ਸ੍ਰੀ ਨਾਨਕ ਬੋਲੇ ਸੁਭ ਬਾਨੀ। ਉਦੋਂ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸੁਖਦਾਈ ਬਾਣੀ ਬੋਲੇ। ਸਤਨਾਮ ਸਿਮਰੋ ਲਿਵ ਲਾਈ। ਲਿਵ ਲਗਾ ਕੇ ਸਤਨਾਮ ਵਾਹਿਗੁਰੂ ਦਾ ਸਿਮਰਨ ਕਰੋ। ਤਨ ਹੰਤਾ ਕਹੋ ਦੇਹ ਉਡਾਈ। ਤਨ ਹੰਤਾ ਦਾ ਤਿਆਗ ਕਰ ਦਿਓ। ਤਨ ਹੰਤਾ ਹੀ ਸਾਰੇ ਦੁੱਖਾਂ ਦਾ ਮੂਲ ਕਾਰਨ ਹੈ। ਇਸ ਲਈ ਦੇਹ ਅਧਿਆਸ ਦਾ ਤਿਆਗ ਕਰੋ ਕਿ ਮੇਰਾ ਬਹੁਤ ਸੋਹਣਾ ਸਰੀਰ ਹੈ, ਤੰਦਰੁਸਤ ਹੈ, ਤਕੜਾ ਸਰੀਰ ਹੈ, ਮਾਣ ਨਾ ਕਰੋ, ਸਰੀਰ ਦਾ ਗੁਮਾਨ ਨਾ ਕਰੋ। ਭਗਤ ਕਬੀਰ ਜੀ ਫਰਮਾਉਂਦੇ ਹਨ ਕਿ ਅਨਕ ਜਤਨ ਕਰ ਕਾਇਆ ਪਾਲੀ, ਮਰਤੀ ਬਾਹਰ ਅਗਨ ਸੰਗ ਜਾਲੀ। ਚੋਆ ਚੰਦਨ ਮਰਦਨ ਅੰਗਾ, ਸੋ ਤਨ ਜਲੈ ਕਾਠ ਕੈ ਸੰਗਾ। ਸੋ ਇਸ ਕਰਕੇ ਦੇਹ ਨੇ ਬਿਣਸ ਜਾਣਾ, ਬਿਣਸ ਜਾਏ ਝੂਠੀ ਦੇਹੀ। ਇਸ ਕਰਕੇ ਦੇਹੀ ਦਾ ਮਾਣ ਨਾ ਕਰੋ, ਤਨ ਹੰਤਾ ਦਾ ਤਿਆਗ ਕਰੋ। ਮਨ ਇੰਦਰੈ ਸੰਬੰਧ ਜੇ ਹੋ ਨਾ। ਔਰ ਮਨ ਦਾ ਜੋ ਇੰਦਰੀਆਂ ਦੇ ਨਾਲ ਸੰਬੰਧ ਹੋਣਾ ਹੈ, ਇਹ ਬੰਧਨ ਜਾਣੋ ਦੁਖ ਜੋ ਨਾ। ਔਰ ਇਹ ਦੁੱਖਾਂ ਦਾ ਮੂਲ ਕਾਰਨ ਜਾਣਨਾ ਕਰੋ। ਜੋ ਮਨ ਦਾ ਇੰਦਰੀਆਂ ਦੇ ਨਾਲ, ਵਿਸ਼ਿਆਂ ਵਿਕਾਰਾਂ ਦੇ ਨਾਲ ਸੰਬੰਧ ਹੋਣਾ ਹੈ, ਬਹੁਤ ਜੂਨੀਆਂ ਵਿੱਚ ਭਰਮਾਉਣ ਵਾਲਾ ਹੈ। ਇਹ ਮਨ ਦੇ 5 ਵਿਕਾਰ ਹਨ, ਜੋ ਪੰਜੇ ਵਿਕਾਰ 84 ਲੱਖ ਜੂਨੀਆਂ ਵਿੱਚ ਜੀਵ ਨੂੰ ਭਰਮਾਉਂਦੇ ਹਨ। ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਹਿਸਕ੍ਰਿਤੀ ਵਿੱਚ
ਉਚਾਰਨ ਕੀਤਾ ਹੈ। ਕਾਮ ਕ੍ਰੋਧ ਬਾਰੇ ਜ਼ਿਕਰ ਕਰਦੇ ਹਨ। ਇਹ ਕਾਮ ਕ੍ਰੋਧ ਇਹ ਸਰੀਰ ਨੂੰ ਗਾਲਣ ਵਾਲੇ ਹਨ, ਬਹੁ ਜੂਨੀਆਂ ਵਿੱਚ ਭਰਮਾਉਣ ਵਾਲੇ ਹਨ। ਹੇ ਕਾਮੰ ਨਰਕ ਵਿਸਰਾਮੰ, ਨਰਕਾਂ ਵਿੱਚ ਵਾਸਾ ਦਿਵਾਉਣ ਵਾਲਾ ਹੈ ਤੂੰ। ਹੇ ਕਾਮਦੇਵ, ਤੂੰ ਜੀਵਾਂ ਨੂੰ ਨਰਕਾਂ ਵਿੱਚ ਵਾਸਾ ਦਿਵਾਉਣ ਵਾਲਾ ਹੈ। ਹੇ ਕਾਮੰ ਨਰਕ ਵਿਸਰਾਮੰ ਬਹੁ ਜੋਨੀ ਭਰਮਾਵਨੈ, ਚਿਤ ਹਰਨੰ ਤ੍ਰੈਲੋਕ ਗਮਯੰ ਜਪ ਤਪ ਸੀਲ ਵਿਦਾਰਨੈ। ਇਸੇ ਤਰ੍ਹਾਂ ਕ੍ਰੋਧ ਬਾਰੇ ਕਿਹਾ ਹੈ, ਹੇ ਕਲ ਮੂਲ ਕ੍ਰੋਧੰ ਕਦੰਚ ਕਰੁਣਾ ਨਾ ਉਪਰਜਤੇ, ਵਿਖਿਅੰਤ ਜੀਵੰ ਵਸਯੰ ਕਰੋਧ ਨਿਰਤਯੰ ਕਰੋਧ ਜਥਾ ਮਰਕਟ ਹੈ। ਕ੍ਰੋਧੀ ਪੁਰਸ਼ ਕ੍ਰੋਧ ਦੇ ਅਧੀਨ ਹੋ ਕਰਕੇ ਇਸ ਤਰ੍ਹਾਂ ਨੱਚਦਾ ਟੱਪਦਾ ਹੈ, ਜਥਾ ਮਰਕਟ ਹੈ, ਜਿਵੇਂ ਮਰਕਟ ਬਾਂਦਰ ਨੱਚਦਾ ਹੈ। ਇਸ ਤਰ੍ਹਾਂ ਕ੍ਰੋਧੀ ਪੁਰਸ਼ ਆਲ ਪਤਾਲ ਬੋਲਦਾ ਹੈ। ਉਹ ਆਲ ਪਤਾਲ ਮੂੰਹੋਂ ਬੋਲਦੇ ਜਿਉਂ ਪੀਤਾ ਮਦ ਮਤ ਵਾਲੇ, ਜਿਵੇਂ ਕੋਈ ਸ਼ਰਾਬੀ ਸ਼ਰਾਬ ਦੇ ਨਸ਼ੇ ਵਿੱਚ ਆਲ ਪਤਾਲ ਬੋਲਦਾ ਨੱਚਦਾ ਟੱਪਦਾ ਹੈ। ਕ੍ਰੋਧ ਵੀ ਇੱਕ ਬਹੁਤ ਗਹਿਰਾ ਨਸ਼ਾ ਹੈ। ਕ੍ਰੋਧੀ ਪੁਰਸ਼ ਬਾਂਦਰ ਦੀ ਤਰ੍ਹਾਂ ਨੱਚਦਾ ਹੈ। ਸੋ ਜੋ ਮਨ ਦਾ ਇੰਦਰੀਆਂ ਦੇ ਨਾਲ ਵਿਸ਼ਿਆਂ ਵਿਕਾਰਾਂ ਦੇ ਨਾਲ ਸੰਬੰਧ ਹੋਣਾ ਹੈ, ਇਸ ਦਾ ਤਿਆਗ ਕਰੋ। ਤਨ ਹੰਤਾ ਦਾ ਤਿਆਗ ਕਰੋ। ਸਤਿਨਾਮ ਵਾਹਿਗੁਰੂ ਦਾ ਸਿਮਰਨ ਕਰੋ। ਮਨ ਠਹਿਰਾਵੋ ਹਿਰਦੈ ਮਝਾਰ, ਮਨ ਨੂੰ ਹਿਰਦੇ ਵਿੱਚ ਠਹਿਰਾਉਣਾ ਕਰੋ। ਮਨ ਨੂੰ ਰੋਕ ਕੇ ਰੱਖੋ ਜੋ ਵਿਕਾਰਾਂ ਵੱਲ ਦੌੜਦਾ ਹੈ। ਬਾਣੀ ਪੜ੍ਹਦਿਆਂ ਮਨ ਕਿਧਰੇ ਦਾ ਕਿਧਰ ਚਲਾ ਜਾਂਦਾ ਹੈ। ਇੱਕ ਖਿਣ ਵਿੱਚ 10 ਦਿਸ਼ਾਵਾਂ ਵਿੱਚ ਫਿਰ ਆਉਂਦਾ ਹੈ। ਸਿੱਖ ਪੰਥ ਦੇ ਮਹਾਨ ਵਿਦਵਾਨ ਚੂੜਾਮਨ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਇੱਕ ਬਹੁਤ ਸੁੰਦਰ ਦ੍ਰਿਸ਼ਟਾਂਤ ਦਿੱਤਾ ਹੈ ਕਿ ਤੰਬੇਲੇ ਵਿੱਚ ਬੱਧਾ ਹੋਇਆ ਘੋੜਾ ਜੇ ਰਾਤ ਨੂੰ ਖੁੱਲ੍ਹ ਜਾਵੇ, ਖੜਕਾ ਹੋਣ 'ਤੇ ਘੋੜਿਆਂ ਦੀ ਰਾਖੀ ਕਰਨ ਵਾਲਾ ਭੱਜ ਕੇ ਜਾ ਕੇ ਫੜ ਲਵੇ ਤੇ ਕਾਬੂ ਵਿੱਚ ਆ ਜਾਂਦਾ ਹੈ। ਜੇ ਢਿੱਲ ਮੱਠ ਕੀਤੀ ਤੇ ਘੋੜਾ ਕਿਤੇ ਦਾ ਕਿਤੇ ਭੱਜ ਜਾਏਗਾ, ਕਾਬੂ ਨਹੀਂ ਆਏਗਾ। ਇਸੇ ਤਰ੍ਹਾਂ ਇਹ ਮਨ ਜਿਹੜਾ ਹੈ ਮੁਤਾਣੇ ਘੋੜੇ ਵਾਂਗ ਹੈ। ਇਹ ਬਾਣੀ ਪੜ੍ਹਦਿਆਂ ਬਾਣੀ 'ਚੋਂ ਨਿਕਲ ਜਾਂਦਾ ਹੈ। ਇਸ ਨੂੰ ਖਿੱਚ ਕੇ ਲਿਆ ਕੇ ਬਾਣੀ ਦੇ ਨਾਲ ਜੋੜਨਾ ਚਾਹੀਦਾ ਹੈ। ਮਨ ਜੋ ਦੌੜਦਾ ਰਹਿੰਦਾ ਚੰਚਲ ਮਨ ਹੈ। ਇਹ ਮਨ ਚੰਚਲ ਜਾਂ ਤੇ ਗਹਿਓ ਨਾ ਜਾਏ, ਇਹ ਪਕੜ ਵਿੱਚ ਨਹੀਂ ਆਉਂਦਾ, ਬੜਾ ਚੰਚਲ ਹੈ। ਸਿਰਫ ਚੰਚਲ ਹੀ ਨਹੀਂ, ਲੋਭੀ ਵੀ ਹੈ, ਲਾਲਚੀ ਵੀ ਹੈ। ਇੱਕ ਕਵੀ ਨੇ ਬਹੁਤ ਸੋਹਣਾ ਕਿਹਾ ਹੈ, ਮਨ ਲੋਭੀ ਮਨ ਲਾਲਚੀ, ਮਨ ਚੰਚਲ ਮਨ ਚੋਰ, ਮਨ ਦੇ ਮਗਰ ਨ ਲੱਗੀ ਹੈ ਪਲਕ ਪਲਕ ਮਹਿ ਔਰ। ਇਸ ਖੋਟੇ ਮਨ ਦੇ ਮਗਰ ਨਹੀਂ ਲੱਗਣਾ ਚਾਹੀਦਾ। ਖਿਨ ਖਿਨ ਕਾਲ ਵਿੱਚ ਇਹਦੀ ਅਵਸਥਾ ਬਦਲਦੀ ਰਹਿੰਦੀ ਹੈ। ਜਿਸ ਦੀ ਸੰਗਤ ਕਰਦਾ ਹੈ ਉਸੇ ਦਾ ਰੂਪ ਹੋ ਜਾਂਦਾ ਹੈ। ਮਨ ਦਾਤਾ ਮਨ ਮੰਗਤਾ, ਮਨ ਸਿਰ ਗੁਰ ਕਰਤਾਰ। ਮੰਗਤੇ ਦੀ ਸੰਗਤ ਕਰਕੇ ਮਨ ਮੰਗਤਾ ਬਣ ਜਾਂਦਾ, ਦਾਤੇ ਦੀ ਸੰਗਤ ਕਰਕੇ ਦਾਤਾ ਬਣ ਜਾਂਦਾ ਹੈ, ਗੁਰੂ ਦੀ ਸੰਗਤ ਕਰਕੇ ਗੁਰੂ ਬਣ ਜਾਂਦਾ ਹੈ, ਕਰਤਾਰ ਦੀ ਸੰਗਤ ਕਰਕੇ ਕਰਤਾਰ ਬਣ ਜਾਂਦਾ ਹੈ। ਮਨ ਦਾਤਾ ਮਨ ਮੰਗਤਾ, ਮਨ ਸਿਰ ਗੁਰ ਕਰਤਾਰ। ਸੋ ਮਨ ਦੀ ਅਵਸਥਾ ਖਿਨ ਖਿਨ ਕਾਲ ਵਿੱਚ ਬਦਲਦੀ ਰਹਿੰਦੀ ਹੈ। ਗੁਰਬਾਣੀ ਵਿੱਚ ਪੰਕਤੀ ਹੈ, ਮਨ ਖੁਟਹਰ ਤੇਰਾ ਨਹੀਂ ਵਿਸਾਸ, ਤੂੰ ਮਹਾ ਉਦਮਾਦਾ। ਤੂੰ ਬੜਾ ਉਨਮਾਦ ਸੁਭਾਅ ਵਾਲਾ ਹੈ, ਤੇਰਾ ਕੋਈ ਭਰੋਸਾ ਨਹੀਂ। ਤੂੰ ਖੜੇ ਪੈਰ ਧੋਖਾ ਦੇਣ ਵਾਲਾ ਹੈ। ਜਿਵੇਂ ਰਾਜੇ ਭਰਥਰੀ ਨੂੰ ਮਨ ਨੇ ਧੋਖਾ ਦੇ ਦਿੱਤਾ। ਜੋ ਰਾਜਾ ਭਰਥਰੀ ਜਿਸ ਨੇ ਬੈਰਾਗ ਸਤਕ ਗ੍ਰੰਥ ਦੀ ਰਚਨਾ ਕੀਤੀ ਹੈ, ਰਾਜਾ ਭਰਥਰੀ ਜੋ ਗੋਰਖਨਾਥ ਦਾ ਚੇਲਾ ਹੋ ਗਿਆ ਸੀ, ਜਿਸ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ, ਉਹਦੇ ਪ੍ਰਥਾਏ 3 ਸ਼ਬਦ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਉਚਾਰਨ ਕੀਤੇ ਹਨ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਹਨ। ਜਦੋਂ ਯੁਵਰਾਜ ਸੀ ਤਾਂ ਉਸਨੇ ਸਿੰਗਾਰ ਸਤਕ ਦੀ ਗ੍ਰੰਥ ਦੀ ਰਚਨਾ ਕੀਤੀ। ਸਤਕ ਦਾ ਅਰਥ ਹੁੰਦਾ 100 ਸਲੋਕ ਸਿੰਗਾਰ ਰਸ ਦੇ ਲਿਖੇ। ਜਦੋਂ ਰਾਜਾ ਬਣਿਆ ਤਾਂ ਉਸਨੇ ਰਾਜਨੀਤੀ ਸਤਕ 100 ਸਲੋਕ ਰਾਜਨੀਤੀ ਦੇ ਲਿਖੇ। ਜਦੋਂ ਉਸਦੀ ਰਾਣੀ ਪਿੰਗਲਾ ਨੇ ਬੇਵਫਾਈ ਕੀਤੀ ਤਾਂ ਬੈਰਾਗ ਵਿੱਚ ਆ ਕੇ ਉਸਨੇ ਬੈਰਾਗ ਦੇ 100 ਸਲੋਕ ਲਿਖੇ, ਜੋ ਬੈਰਾਗ ਸਤਕ ਗ੍ਰੰਥ ਵਿੱਚ ਦਰਜ ਹਨ। ਜਦੋਂ ਰਾਜ ਭਾਗ ਰਾਣੀਆਂ ਪਟਰਾਣੀਆਂ ਸਭ ਨੂੰ ਛੱਡ ਕੇ ਗੋਰਖਨਾਥ ਦਾ ਚੇਲਾ ਬਣਨ ਵਾਸਤੇ ਮਹਿਲ ਤਿਆਗ ਕਰਕੇ ਜਾਣ ਲੱਗਿਆ, ਰਾਹ ਵਿੱਚ ਤੁਰਿਆ ਜਾਂਦਾ ਹੈ। ਪਾਨ ਖਾ ਕੇ ਥੁੱਕਿਆ ਹੋਇਆ ਸੀ, ਉਸ ਪੀਕ ਨੂੰ ਲਾਲ ਸਮਝ ਕੇ ਚੁੱਕ ਲਿਆ। ਜਦੋਂ ਚੁੱਕਿਆ ਹੱਥ ਲਿਬੜ ਗਏ
ਤੇ ਉਸ ਵੇਲੇ ਇੱਕ ਸ਼ਲੋਕ ਉਚਾਰਨ ਕੀਤਾ, ਰਤਨ ਜੜਤ ਮੰਦਰ ਤਜੇ ਸੰਗ ਸਖੀਅਨ ਕੇ ਸਾਥ, ਰੇ ਮਨ ਧੋਖੇ ਕਹਾਂ ਭਏ ਜੋ ਪੀਕ ਸੋ ਭਰ ਲੀਏ ਹਾਥ। ਹੇ ਮਨ, ਤੂੰ ਧੋਖਾ ਦਿੱਤਾ, ਪੀਕ ਨੂੰ ਮੈਂ ਲਾਲ ਸਮਝ ਕੇ ਮੈਂ ਚੁੱਕ ਲਿਆ, ਮੇਰੇ ਹੱਥ ਲਿਬੜ ਗਏ, ਤੂੰ ਧੋਖਾ ਦਿੱਤਾ। ਸੋ ਮਨ ਦਾ ਕੋਈ ਭਰੋਸਾ ਨਾ ਕਰੋ, ਮਨ ਬੜਾ ਚੰਚਲ ਹੈ, ਮਨ ਨੂੰ ਕਾਬੂ ਵਿੱਚ ਰੱਖਣਾ ਚਾਹੀਦਾ ਹੈ। ਨਹਿ ਸੰਬੰਧ ਇੰਦਰੈ ਸੰਗ ਧਾਰ, ਔਰ ਮਨ ਦਾ ਸੰਬੰਧ ਇੰਦਰੀਆਂ ਦੇ ਨਾਲ ਕਦੇ ਵੀ ਨਾ ਧਾਰੋ। ਕੂਰਮ ਸਮ ਇਕੱਠੇ ਹੋਏ ਰਹੈ, ਕੂਰਮ ਕੱਛੂ ਵਾਂਗ ਇਕੱਠੇ ਹੋ ਕੇ ਮਨ ਨੂੰ ਇਕੱਠਾ ਕਰਕੇ ਕਾਬੂ ਵਿੱਚ ਰੱਖਣਾ ਕਰੋ। ਨਹੀਂ ਉਥਤ ਇੰਦਰੈ ਸੰਗ ਲਹੈ, ਔਰ ਮਨ ਕਦੇ ਵੀ ਇੰਦਰੀਆਂ ਦੇ ਵਿਸ਼ਿਆਂ ਵੱਲ ਕਦੇ ਉਥਾਨ ਨਾ ਹੋਵੇ। ਤਿਸ ਕੋ ਮੁਕਤ ਰੂਪ ਪਹਿਚਾਨ, ਉਸ ਨੂੰ ਮੁਕਤ ਰੂਪ ਜਾਣਨਾ ਕਰੋ। ਜੀਵਨ ਮੁਕਤ ਅਵਸਥਾ ਵਾਲੇ ਉਹ ਪ੍ਰਾਣੀ ਹਨ ਜਿਨ੍ਹਾਂ ਨੇ ਆਪਣੇ ਮਨ ਨੂੰ ਜਿੱਤ ਲਿਆ ਹੈ। ਮਨ ਜੀਤਾ ਜਗ ਜੀਤ, ਜਿਸ ਨੇ ਮਨ ਨੂੰ ਜਿੱਤ ਲਿਆ ਉਸ ਨੇ ਸਾਰੇ ਜਗਤ ਨੂੰ ਜਿੱਤ ਲਿਆ, ਉਹ ਜੀਵਨ ਮੁਕਤ ਪ੍ਰਾਣੀ ਹੈ। ਪੰਚਮ ਪਿਤਾ ਜੀ ਸ੍ਰੀ ਸੁਖਮਨੀ ਸਾਹਿਬ ਜੀ ਦੀਆਂ ਅਸ਼ਟਪਦੀਆਂ ਵਿੱਚ ਉਚਾਰਨ ਕਰਦੇ ਹਨ, ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋਊ ਕਹਾਵੈ। ਤੈਸਾ ਹਰਖ ਤੈਸਾ ਉਸ ਸੋਗ, ਸਦਾ ਅਨੰਤ ਹੈ ਨਹੀਂ ਵਿਯੋਗ। ਤੈਸਾ ਸੁਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬੇਖਾਟੀ। ਤੈਸਾ ਮਾਨ ਤੈਸਾ ਅਪਮਾਨ, ਤੈਸਾ ਰੰਗ ਤੈਸਾ ਰਾਜਾਨ। ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਉਹ ਜੀਵਨ ਮੁਕਤ ਹਨ। ਜਦੋਂ ਮਨ ਨੂੰ ਕਾਬੂ ਵਿੱਚ ਰੱਖੋਗੇ, ਇੰਦਰੀਆਂ ਵੱਲ ਦੇ ਵਿਸ਼ਿਆਂ ਵੱਲ ਵਿਕਾਰਾਂ ਵੱਲ ਦੌੜਨ ਨਹੀਂ ਦਿਓਗੇ, ਤਾਂ ਉਹ ਮੁਕਤ ਰੂਪ ਹੋ ਜਾਓਗੇ। ਇਤੋ ਭੇਦ ਲਖ ਸਾਧੋ ਧਿਆਨ, ਔਰ ਇਹ ਸਾਰਾ ਭੇਦ ਜਾਣ ਕਰਕੇ ਧਿਆਨ ਸਾਧਨਾ ਕਰੋ। ਸੁਨ ਸਤਿਗੁਰ ਤੇ ਬਿਰਤੀ ਟਿਕਾਈ, ਸਤਿਗੁਰਾਂ ਦੇ ਮੁਖਾਰ ਬਿੰਦ ਤੋਂ ਇਹ ਭੇਦ ਰਹੱਸ ਜਾਣ ਕਰਕੇ ਸੁਣ ਕਰਕੇ ਬਿਰਤੀ ਟਿਕਾਈ ਬੁੱਢਣ ਸਾਹਿਬ ਫਕੀਰ ਨੇ। ਬੁੱਢਣ ਸਾਹ ਸਮਾਧ ਲਗਾਈ, ਬੁੱਢਣ ਸਾਹਿਬ ਫਕੀਰ ਨੇ ਨਿਰਵਿਕਲਪ ਸਮਾਧੀ ਲਗਾ ਲਈ। ਜਬ ਬੈਠੇ ਜੁਗ ਜਾਮ ਬਿਤਾਏ, ਜਦੋਂ ਬੈਠਿਆਂ 2 ਪਹਿਰ ਬੀਤ ਗਏ। ਬਾਲੇ ਕਹਿ ਕਰ ਲੀਨ ਜਗਾਏ, ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਭਾਈ ਬਾਲੇ ਨੂੰ ਕਹਿ ਕੇ ਉਸ ਨੂੰ ਸਮਾਧੀ ਤੋਂ ਉਪਰਾਮ ਕਰਾਇਆ, ਸਮਾਧੀ ਖੁਲਵਾਈ। ਜਬ ਸੁਧ ਪਈ ਚਰਨ ਗੁਰ ਗਹੇ, ਜਦੋਂ ਬੁੱਢਣ ਸਾਹਿਬ ਫਕੀਰ ਨੂੰ ਸੁਰਤ ਆਈ, ਉਸਨੇ ਪਾਤਸ਼ਾਹ ਜੀ ਦੇ ਚਰਨ ਫੜ ਲਏ। ਰਾਖੋ ਸੰਗ ਜੋਰ ਕਰ ਕਹੇ, ਦੋਨੇ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਨ ਲੱਗਿਆ, ਹੈ ਗੁਰੂ ਮਹਾਰਾਜ ਕਿਰਪਾ ਕਰਕੇ ਮੈਨੂੰ ਆਪਣੇ ਨਾਲ ਰੱਖੋ। ਤੁਮ ਪ੍ਰਤਾਪ ਤੇ ਮਨ ਟਿਕ ਗਏਉ, ਆਪ ਜੀ ਦੀ ਕਿਰਪਾ ਸਦਕਾ, ਆਪ ਜੀ ਦੇ ਤੇਜ ਪ੍ਰਤਾਪ ਸਦਕਾ ਮੇਰਾ ਮਨ ਟਿਕ ਗਿਆ, ਸਥਿਰ ਹੋ ਗਿਆ। ਤਨਕ ਭੇਦ ਸੁਨ ਸਭ ਕਿਛ ਪੇਉ, ਔਰ ਰੰਚਕ ਮਾਤਰ ਭੇਦ ਰਹੱਸ ਜਾਣ ਕਰਕੇ ਸਭ ਕੁਝ ਜਾਣ ਲਿਆ, ਮੇਰਾ ਮਨ ਹੁਣ ਸ਼ਾਂਤ ਹੋ ਗਿਆ। ਅੰਮ੍ਰਿਤ ਬਚਨ ਸੁਨੇ ਬਿਖ ਦ્વੈਤ, ਅੰਮ੍ਰਿਤਮਈ ਬਚਨ ਜਦੋਂ ਸੁਣੇ ਗੁਰੂ ਸਾਹਿਬ ਜੀ ਦੇ ਮੁਖਾਰ ਬਿੰਦ ਤੋਂ, ਤਾਂ ਦ્વੈਤ ਨੂੰ ਬਿਖ ਜ਼ਹਿਰ ਦੇ ਸਮਾਨ ਜਾਣਿਆ। ਦ્વੈਤ ਇਹ ਬਿਖ ਰੂਪ ਪ੍ਰਤੀਤ ਹੋਇਆ। ਦੂਰ ਕਰੀ ਬੜ ਸੰਕਟ ਹੇਤ, ਔਰ ਜੋ ਸੰਕਟ ਦਾ ਕਾਰਨ ਹੈ, ਦੁੱਖ ਦਾ ਕਾਰਨ ਹੈ, ਅਗਿਆਨ, ਉਸ ਨੂੰ ਦੂਰ ਕਰ ਦਿੱਤਾ। ਤਿਆਗਿਓ ਜਾਏ ਨ ਸੰਗ ਤੁਮਾਰਾ, ਹੇ ਮਹਾਰਾਜ ਆਪ ਜੀ ਦਾ ਸੰਗ ਸਾਥ ਛੱਡਿਆ ਨਹੀਂ ਜਾਂਦਾ। ਤਬ ਸ੍ਰੀ ਸਤਿਗੁਰ ਬਾਖ ਉਚਾਰਾ, ਤਦੋਂ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਆਪਣੇ ਪਵਿੱਤਰ ਮੁਖਾਰ ਬਿੰਦ ਤੋਂ ਇਉਂ ਬਚਨ ਫਰਮਾਇਆ, ਅਬ ਤੁਬ ਕਾਜ ਗਇਓ ਸਭ ਹੋਏ, ਹੇ ਬੁੱਢਣ ਸਾਹਿਬ ਫਕੀਰ ਹੁਣ ਤੁਹਾਡਾ ਸਾਰਾ ਕੰਮ ਪੂਰਾ ਹੋ ਗਿਆ। ਬੈਠਿਓ ਮਨ ਸਤਨਾਮ ਪਰੋਏ, ਬੈਠ ਕਰਕੇ ਸਤਨਾਮ ਵਾਹਿਗੁਰੂ ਮੰਤਰ ਨੂੰ ਹਿਰਦੇ ਵਿੱਚ ਪਰੋ ਕੇ ਰੱਖੋ। ਅਧਿਕ ਆਰ ਬਲ ਤੇਰੀ ਅਹੈ, ਤੁਹਾਡੀ ਉਮਰ ਬਹੁਤ ਵਡੇਰੀ ਹੋਵੇਗੀ। ਚਿਰੰਕਾਲ ਹਮ ਪਾਛੈ ਰਹੈ, ਜੇ ਤੁਹਾਥੋਂ ਚਿਰੰਕਾਲ ਪਿੱਛੋਂ ਅਸੀਂ ਰਹਾਂਗੇ। ਤਬ ਲੋ ਜਠਮ ਸਰੂਪ ਹਮਾਰੋ, ਤਦੋਂ ਸਾਡਾ 6ਵਾਂ ਸਰੂਪ ਹੋਵੇਗਾ। ਪ੍ਰਾਨ ਅੰਤ ਤਨ ਹੋਏ ਤਿਹਾਰੋ, ਔਰ ਜਦੋਂ 6ਵੇਂ ਜਾਮੇ ਵਿੱਚ
ਜਦੋਂ ਤੁਹਾਡੇ ਨਾਲ ਮਿਲਾਪ ਹੋਵੇਗਾ ਫਿਰ ਤੁਹਾਡੇ ਸਰੀਰ ਦਾ ਅੰਤ ਹੋਵੇਗਾ। ਇਮ ਸੁਨ ਬਿਸਮਿਓ ਬੂਝਣ ਲੱਗਾ। ਇਮ ਹੈਰਾਨ ਹੋ ਕਰਕੇ ਪੁੱਛਣ ਲੱਗਿਆ ਬੁੱਢਣ ਸਾਹਿਬ ਫਕੀਰ, ਮੈਂ ਕਿਮ ਲਖੋਂ ਤਰੇ ਅਨੁਰਾਗਾ। ਹੇ ਮਹਾਰਾਜ, ਪ੍ਰੇਮ ਧਾਰ ਕੇ ਮੈਂ ਕਿਵੇਂ ਜਾਣਾਂਗਾ ਕਿ ਆਪ ਜੀ ਦਾ 6ਵਾਂ ਅਵਤਾਰ ਹੋਇਆ ਹੈ। ਤਬ ਸਤਿਗੁਰ ਨੇ ਪਤੇ ਬਤਾਏ। ਤਦੋਂ ਸਤਿਗੁਰਾਂ ਨੇ ਸਾਰੇ ਪਤੇ ਨਿਸ਼ਾਨੀਆਂ ਦੱਸੀਆਂ। ਰਹੋ ਪ੍ਰਤੀਖਤ ਦੇਹ ਸੁਨਾਏ। ਔਰ ਗੁਰੂ ਸਾਹਿਬ ਜੀ ਨੇ ਸੁਣਾ ਕੇ ਕਿਹਾ ਉਡੀਕ ਕਰਦੇ ਰਹੋ, ਇੱਥੇ ਬੈਠ ਕੇ ਸਮਾਧੀ ਲਗਾ ਕੇ ਬੈਠੇ ਰਹੋ। ਰਹੋ ਪ੍ਰਤੀਖਤ ਦੇਹ ਸੁਨਾਏ। ਔਰ ਉਡੀਕ ਕਰਦੇ ਰਹੋ। ਇਹ ਗੁਰੂ ਸਾਹਿਬ ਜੀ ਨੇ ਸੁਣਾ ਕੇ ਕਿਹਾ। ਸਿਰ ਗੁਰ ਦਿੱਤਾ ਗੁਰ ਸੁਤ ਹੋਏ। ਔਰ ਬਾਬਾ ਗੁਰਦਿੱਤਾ ਜੀ ਜੋ ਗੁਰੂ ਸਪੁੱਤਰ ਹੋਣਗੇ, ਤੋ ਕੋ ਆਨ ਮਿਲੈ ਜਬ ਸੋਏ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਭਵਿੱਖਤ ਬਾਕ ਬੁੱਢਣ ਸਾਹਿਬ ਫਕੀਰ ਨੂੰ ਕਹਿ ਰਹੇ ਨੇ। 6ਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਹੋਣਗੇ, ਉਹ ਤੁਹਾਡੇ ਕੋਲ ਆਉਣਗੇ। ਨਗਰ ਬਸਾਵੈ ਸੋ ਤਬ ਜਾਨੋ। ਜਦੋਂ ਉਹ ਨਗਰ ਬਸਾਉਣਗੇ ਇੱਧਰ ਆ ਕਰਕੇ, ਤਦੋਂ ਤੁਸੀਂ ਜਾਣ ਲੈਣਾ। ਤਬ ਲੋ ਸਿਮਰ ਧਿਆਨ ਕੋ ਠਾਨੋ। ਤਦੋਂ ਧਿਆਨ ਧਾਰ ਕਰਕੇ ਸਤਿਨਾਮ ਵਾਹਿਗੁਰੂ ਦਾ ਸਿਮਰਨ ਕਰਦੇ ਰਹੋ। ਨਿਤ ਮਨ ਥਿਰਤਾ ਕੋ ਸਿੱਧ ਕਰੀਐ। ਇਹ ਮਨ ਨੂੰ ਸਥਿਰ ਕਰਕੇ ਰੱਖੋ, ਟਿਕਾ ਕੇ ਰੱਖੋ, ਅਚਲ ਕਰਕੇ ਰੱਖੋ। ਪਰ ਪਰੇ ਦ્વੈਤ ਕੇ ਬੰਧਨ ਹਰੀਐ। ਮਨ ਜੋ ਦ્વੈਤ ਵਿੱਚ ਪਿਆ ਹੋਇਆ ਉਸ ਦੇ ਦ્વੈਤ ਦੇ ਬੰਧਨ ਨੂੰ ਤੋੜਨਾ ਕਰੋ। ਇਮ ਕਹਿ ਸ੍ਰੀ ਨਾਨਕ ਪ੍ਰਸਥਾਨੇ। ਬੁੱਢਣ ਸਾਹਿਬ ਫਕੀਰ ਨੂੰ ਇਉਂ ਕਹਿ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਅੱਗੇ ਚੱਲ ਪਏ। ਤਬ ਕੋ ਤਹਾਂ ਧਿਆਨ ਸੋ ਠਾਨੇ। ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਨੂੰ ਇਹ ਸਾਰੀ ਵਾਰਤਾ ਸੁਣਾ ਰਹੇ ਨੇ। ਤਦੋਂ ਤੋਂ ਬੁੱਢਣ ਸਾਹਿਬ ਫਕੀਰ ਪਹਾੜਾਂ ਦੇ ਉੱਪਰ ਬੈਠਾ ਤਪ ਕਰ ਰਿਹਾ ਹੈ। ਗੁਰ ਗੁਰ ਸਿਮਰਤ ਕਰਤ ਉਡੀਕਾ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਇਸ ਤਰ੍ਹਾਂ ਗੁਰੂ ਦਾ ਦਿਨ ਰਾਤ ਸਿਮਰਨ ਕਰਦਾ ਰਹਿੰਦਾ ਤੇ ਉਡੀਕ ਕਰਦਾ ਰਹਿੰਦਾ ਹੈ। ਭਇਓ ਮਹਾਸੁਧ ਜਿਸ ਉਰ ਨੀਕਾ। ਔਰ ਬਹੁਤ ਸੁਖ ਹੋਇਆ ਜਿਸ ਦੇ ਹਿਰਦੇ ਵਿੱਚ ਖਬਰ ਹੋਈ, ਗਿਆਨ ਹੋ ਗਿਆ। ਤਿਸ ਕੋ ਮਿਲਹੁ ਕਰਹੁ ਪੁਨ ਡੇਰਾ। ਉਸ ਬੁੱਢਣ ਸਾਹਿਬ ਫਕੀਰ ਨੂੰ ਮਿਲੋ ਤੇ ਉੱਥੇ ਡੇਰਾ ਕਰੋ। ਨਗਰ ਬਸਾਬਹੁ ਆਪਨ ਕੇਰਾ। ਆਪਣਾ ਨਵਾਂ ਨਗਰ ਬਸਾਉਣਾ ਕਰੋ ਉੱਥੇ। ਜਥਾ ਰਚੇ ਪੁਰ ਬੜੇ ਹਮਾਰੇ। ਜਿਵੇਂ ਸਾਡੇ ਵੱਡੇ ਗੁਰੂ ਸਾਹਿਬਾਨਾਂ ਨੇ ਨਗਰ ਰਚਨਾ ਕੀਤੇ ਹਨ, ਤਿਮ ਤੁਮ ਰਚਹੁ ਆਪਨ ਪੁਰ ਭਾਰੇ। ਇਸੇ ਤਰ੍ਹਾਂ ਆਪਣੇ ਭਾਰੇ ਨਗਰ ਤੁਸੀਂ ਰਚਨਾ ਕਰੋ। ਹਮਰੇ ਹੋਵਤ ਹੀ ਰਚ ਲੀਜਹ। ਸਾਡੇ ਜੀਵਨ ਕਾਲ ਵਿੱਚ ਹੀ ਰਚ ਲੈਣਾ ਕਰੋ, ਨਗਰ ਬਸਾ ਲੈਣਾ ਕਰੋ। ਕੇਤਕ ਬਾਸ ਆਪਨ ਥਹਿ ਕੀਜਹ। ਔਰ ਸੁਖ ਸ਼ਾਂਤੀ ਦੇ ਨਾਲ ਕਿਤਨਾ ਸਮਾਂ ਇੱਥੇ ਬਸ ਕੇ ਸੁਖ ਲੈਣਾ ਕਰੋ। ਹੁਣ ਤੁਬ ਸੰਗਤ ਗਾਤੀ ਲੇਹ। ਪੁਨ੍ਹਾਂ ਤੁਹਾਡੀ ਸੰਗਤ ਇੱਥੇ ਬਹੁਤ ਵਧੇਗੀ। ਔਰ ਤੁਹਾਡਾ ਪੁੱਤਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਗੁਰਤਾ ਗੱਦੀ ਲਵੇਗਾ। ਬਸ ਹੈ ਕਾਲ ਚਿਰ ਸਹਿਤ ਸਨੇਹਾ। ਔਰ ਚਿਰ ਕਾਲ ਤੱਕ ਸਨੇਹ ਪ੍ਰੇਮ ਪੂਰਵਕ ਬਸਣਾ ਕਰੋ। ਇਸ ਕਾਰਜ ਹਿਤ ਗਮਨ ਕਰੀਜੈ। ਇਸ ਕੰਮ ਵਾਸਤੇ, ਨਗਰ ਵਸਾਉਣ ਵਾਸਤੇ ਤੁਸੀਂ ਹੁਣ ਪ੍ਰਸਥਾਨ ਕਰੋ। ਅਬ ਸੁਭ ਸਮੋ ਨਗਰ ਰਚ ਲੀਜੈ। ਹੁਣ ਸ਼ੁਭ ਸਮਾਂ ਹੈ, ਸੁੰਦਰ ਨਗਰ ਰਚ ਲੈਣਾ ਕਰੋ। ਸਿਰ ਗੁਰ ਦਿੱਤਾ ਸੁਨ ਬਿਦ ਸਾਰੀ। ਬਾਬਾ ਗੁਰਦਿੱਤਾ ਜੀ ਨੇ ਗੁਰੂ ਪਿਤਾ ਜੀ ਪਾਸੋਂ ਸਾਰੀ ਵਿਧੀ, ਸਾਰੀ ਵਾਰਤਾ ਸੁਣ ਕਰਕੇ ਹਰਖਤ ਤੁਰਤ ਕਰੀ ਤਬ ਤਿਆਰੀ। ਪ੍ਰਸੰਨ ਚਿੱਤ ਹੋ ਕੇ ਤੁਰੰਤ ਛੇਤੀ ਹੀ ਤਿਆਰੀ ਕਰਵਾਈ। ਧਨ ਗਨ ਸ੍ਰੀ ਸਤਿਗੁਰ ਤੇ ਲੀਨ। ਬਾਣ ਗਿਣਤ ਧਨ ਸਤਿਗੁਰੂ ਗੁਰੂ ਪਿਤਾ ਜੀ ਪਾਸੋਂ ਲੈਣਾ ਕੀਤਾ। ਤੀਨ ਮਾਤ ਕੋ ਬੰਧਨ ਕੀਨ। ਤਿੰਨੇ ਮਾਤਾਵਾਂ ਦੇ ਚਰਨਾਂ ਤੇ ਨਮਸਕਾਰ ਕੀਤੀ, ਮੱਥਾ ਟੇਕਿਆ, ਆਸ਼ੀਰਵਾਦ ਲਈ। ਮਾਤਾ ਦਮੋਦਰੀ ਜੀ, ਮਾਤਾ ਮਰਵਾਹੀ ਜੀ ਤੇ ਮਾਤਾ ਨਾਨਕੀ ਜੀ। ਬਾਬਾ ਗੁਰਦਿੱਤਾ ਜੀ ਆਪਣੀ ਮਾਤਾ ਦਮੋਦਰੀ ਜੀ। 6ਵੇਂ ਪਾਤਸ਼ਾਹ ਦੇ 3 ਮਹਿਲ ਸਨ, 5 ਸਾਹਿਬਜ਼ਾਦੇ, ਇੱਕ
ਸਪੁੱਤਰੀ ਬੀਬੀ ਵੀਰੋ ਹੋਈ ਹੈ। ਤਿੰਨ ਮਹਿਲਾਂ 'ਚੋਂ ਸਭ ਤੋਂ ਵੱਡੇ ਮਹਿਲ ਸਤਿਕਾਰਯੋਗ ਮਾਤਾ ਦਮੋਦਰੀ ਜੀ ਸਨ। ਮਾਤਾ ਦਮੋਦਰੀ ਜੀ ਦੇ ਕੁੱਖੋਂ ਬਾਬਾ ਗੁਰਦਿੱਤਾ ਜੀ ਅਤੇ ਬੀਬੀ ਵੀਰੋ ਜੀ ਇਹ ਦੋ ਸੰਤਾਨ ਹੋਏ। ਮਾਤਾ ਮਰਵਾਹੀ ਜੀ ਦੇ ਕੁੱਖੋਂ ਬਾਬਾ ਸੂਰਜ ਮਲ ਜੀ ਹੋਏ। ਮਾਤਾ ਨਾਨਕੀ ਜੀ ਦੇ ਕੁੱਖੋਂ ਬਾਬਾ ਅਟਲ ਰਾਏ ਜੀ, ਬਾਬਾ ਅਣੀ ਰਾਏ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਹੋਏ। ਤਿੰਨ ਸਾਹਿਬਜ਼ਾਦੇ ਮਾਤਾ ਨਾਨਕੀ ਜੀ ਦੇ ਹੋਏ। ਇੱਕ ਸਾਹਿਬਜ਼ਾਦਾ ਸੂਰਜਮਲ ਮਾਤਾ ਮਰਵਾਹੀ ਜੀ ਦੇ ਅਤੇ ਇੱਕ ਬਾਬਾ ਗੁਰਦਿੱਤਾ ਜੀ ਮਾਤਾ ਦਮੋਦਰੀ ਜੀ ਦੇ। ਬਾਬਾ ਗੁਰਦਿੱਤਾ ਜੀ ਨੇ ਆਪਣੇ ਤਿੰਨੇ ਮਾਤਾਵਾਂ ਦੇ ਚਰਨਾਂ 'ਤੇ ਸੀਸ ਰੱਖ ਕੇ ਮੱਥਾ ਟੇਕ ਕੇ ਆਸ਼ੀਰਵਾਦ ਲਈ ਪੁਨ ਦਰਬਾਰ ਪ੍ਰਕਰਮਾ ਫਿਰ ਕੈ। ਫਿਰ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਜਾ ਕਰਕੇ ਨਮਸਕਾਰ ਕੀਤੀ, ਮੱਥਾ ਟੇਕਿਆ, ਪਰਿਕਰਮਾ ਕੀਤੀ। ਹੱਥ ਜੋੜ ਅਬ ਬੰਧਨ ਕਰ ਕੈ। ਦੋਨੇ ਹੱਥ ਜੋੜ ਕੇ ਨਿਮਰਤਾ ਸਹਿਤ ਬੰਦਨਾ ਕਰਕੇ ਛੱਡ ਗਮਨਿਓ ਸਭ ਸ਼ਸਤਰ ਲਗਾਏ। ਸਾਰੇ ਸ਼ਸਤਰ ਸਜਾ ਕਰਕੇ ਚੱਲ ਪਏ। 29 ਸਿੰਦਨ ਚੜੀ ਚਲਾਏ। ਔਰ ਬਾਬਾ ਗੁਰਦਿੱਤਾ ਜੀ ਦੀ ਧਰਮ ਪਤਨੀ ਜੋ ਨੱਤੀ ਜੀ, ਨੇਤੀ ਜੀ ਜਾਂ ਨੱਤੀ ਜੀ ਨੇ ਉਹ ਵੀ ਸਵਾਰੀ ਤੇ ਅਸਵਾਰ ਹੋਏ। ਧੀਰ ਮਾਲਿਕੋ ਲੀਨੇ ਗੋਦ। ਨੱਤੀ ਜੀ ਨੇ ਆਪਣੇ ਪੁੱਤਰ ਧੀਰਮਲ ਨੂੰ ਗੋਦ ਵਿੱਚ ਲਿਆ। ਅਧਿਕ ਦੁਲਾਰ ਤੇ ਕਰੇ ਪ੍ਰਮੋਦ। ਬੜੇ ਖੁਸ਼ੀ ਦੇ ਨਾਲ ਬਹੁਤ ਦੁਲਾਰ ਪਿਆਰ ਕਰਦੇ ਹਨ ਧੀਰਮਲ ਨੂੰ। ਤੀਨ ਨਿਸਾ ਬਸ ਪਹੁੰਚੇ ਜਾਏ। 3 ਰਾਤ ਰਸਤੇ ਵਿੱਚ ਬਤੀਤ ਕਰਕੇ ਪਹਾੜਾਂ ਵਿੱਚ ਪਹੁੰਚੇ। ਸੰਗ ਮਸਾਂ ਦੇ ਦਾਸ ਸਮੁਦਾਏ। ਨਾਲ ਬਹੁਤ ਸਾਰੇ ਸਿੱਖ ਸੇਵਕ ਹਨ, ਮਸੰਦਗਣ ਹਨ ਨਾਲ। ਡੇਰਾ ਕੀਨ ਸੈਲ ਕੇ ਤੀਰ। ਪਹਾੜਾਂ ਦੇ ਹੇਠਾਂ ਡੇਰਾ ਕੀਤਾ ਬਾਬਾ ਗੁਰਦਿੱਤਾ ਜੀ ਨੇ। ਤੰਬੂ ਤਾਨ ਥਿਰੇ ਬਰਬੀਰ। ਸ੍ਰੇਸ਼ਟ ਵੀਰ ਬਲਵਾਨ ਬਾਬਾ ਗੁਰਦਿੱਤਾ ਜੀ ਜੋ ਸ਼ਸਤਰ ਧਾਰੀ ਹਨ, ਉਹਨਾਂ ਨੇ ਤੰਬੂ ਕਨਾਤ ਲਗਾ ਕੇ ਡੇਰਾ ਕੀਤਾ। 1-2 ਦਿਵਸ ਪ੍ਰਮੁਦਤ ਗੁਜ਼ਾਰੇ। 1-2 ਦਿਨ ਬੜੇ ਖੁਸ਼ੀਆਂ ਦੇ ਸਹਿਤ ਬਤੀਤ ਕੀਤੇ। ਪੁਰਹਿਤ ਖੋਜੈ ਥਾਨ ਨਿਹਾਰੇ। ਔਰ ਨਗਰ ਵਸਾਉਣ ਵਾਸਤੇ ਜਗ੍ਹਾ ਲੱਭਦੇ ਰਹੇ। ਉਪਰ ਪਰਬਤ ਕੇ ਤਬ ਗਏ। ਫਿਰ ਅਸਥਾਨ ਦੇਖਦੇ ਦੇਖਦੇ ਪਹਾੜ ਦੇ ਉੱਪਰ ਚੜ ਗਏ। ਬੁੱਢਣ ਸਾਹ ਬਿਲੋਕਤ ਭਏ। ਔਰ ਬੁੱਢਣ ਸਾਹਿਬ ਫਕੀਰ ਨੂੰ ਦੇਖਣਾ ਕੀਤਾ। ਸ੍ਰੀ ਨਾਨਕ ਵਿੱਚ ਬਚ ਸਿਮਰਤ ਸੋਈ। ਜੋ ਬੁੱਢਣ ਸਾਹਿਬ ਫਕੀਰ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਅਗੰਮੀ ਭਵਿੱਖਤ ਬਾਗ ਨੂੰ ਚੇਤੇ ਕਰ ਰਿਹਾ ਸੀ। ਗੁਰ ਸੁਤ ਆਦ ਦੁਗਦ ਲੈ ਜੋਈ। ਔਰ ਗੁਰੂ ਸਪੁੱਤਰ ਆਉਣਗੇ ਤਾਂ ਬੱਕਰੀਆਂ ਦਾ ਦੁੱਧ ਚੋ ਕਰਕੇ ਮੈਂ ਉਹਨਾਂ ਨੂੰ ਪਿਲਾਵਾਂਗਾ। ਬ੍ਰਿਧ ਮਹਾਤਨ ਕੋ ਤਬ ਤਿਆਗੋ। ਫਿਰ ਦਰਸ਼ਨ ਪਰਸ਼ਨ ਕਰਕੇ ਦੁੱਧ ਪਿਲਾ ਕੇ ਫਿਰ ਮੈਂ ਆਪਣਾ ਸਰੀਰ ਤਿਆਗਾਂਗਾ। ਸ੍ਰੀ ਗੁਰ ਕੇ ਦਰਸ਼ਨ ਅਨੁਰਾਗੋ। ਔਰ ਸ੍ਰੀ ਗੁਰੂ ਜੀ ਦੇ ਦਰਸ਼ਨਾਂ ਦਾ ਮੈਂ ਬਹੁਤ ਪ੍ਰੇਮੀ ਹਾਂ। ਘੋਰੇ ਪਰ ਹਵੈ ਕੈ ਅਸਵਾਰ। ਘੋੜੇ ਦੇ ਉੱਪਰ ਸਵਾਰ ਹੋ ਕਰਕੇ ਸ੍ਰੀ ਗੁਰ ਦਿੱਤਾ ਚੜੇ ਪਹਾੜ। ਬਾਬਾ ਗੁਰਦਿੱਤਾ ਜੀ ਪਹਾੜਾਂ ਦੇ ਉੱਪਰ ਚੜ ਗਏ। ਕੁਛ ਕ ਪਰੇ ਕਾਨਨ ਕੋ ਹੀਰਾ। ਔਰ ਪਹਾੜਾਂ ਤੋਂ ਪਰੇ ਕੁਝ ਜੰਗਲ ਦੇਖਿਆ। ਅਜਾ ਚਰਾਵਤ ਸ਼ੇਰ ਬਡੇਰਾ। ਔਰ ਸ਼ੇਰ ਨੂੰ ਦੇਖਿਆ ਬੱਕਰੀਆਂ ਨੂੰ ਚਰਾਉਂਦਿਆਂ। ਬੁੱਢਣ ਸਾਹ ਪਰੇ ਤਬ ਬੈਸਾ। ਔਰ ਪਹਾੜਾਂ ਦੇ ਪਰੇ ਤਦੋਂ ਬੁੱਢਣ ਸਾਹਿਬ ਫਕੀਰ ਬੈਠਾ ਦੇਖਿਆ। ਤਪ ਮੂਰਤ ਧਾਰੀ ਹੋਏ ਜੈਸਾ। ਔਰ ਇਸ ਤਰ੍ਹਾਂ ਬੈਠਾ ਹੋਇਆ ਮਾਨੋ ਤਪ ਨੇ ਹੀ ਮੂਰਤੀ ਧਾਰੀ ਹੋਵੇ। ਪਰਮ ਬ੍ਰਿਧ ਜਰਜਰੀ ਸਰੀਰ। ਦੇਹ ਜਰਜਰੀ ਹੋ ਗਈ ਹੈ, ਬਹੁਤ ਬਜ਼ੁਰਗ ਹੋ ਗਏ ਹਨ। ਬਿਕ ਸ੍ਰੀ ਗੁਰ ਦਿੱਤਾ ਕਹਿ ਤੀਰ। ਔਰ ਸ੍ਰੀ ਗੁਰਦਿੱਤਾ ਜੀ ਨੇ ਬਚਨ ਕਹਿ ਕੇ ਧੀਰਜ ਦਿੱਤਾ। ਉਠੋ ਸੰਤ ਜੀ ਪੈ ਮੁਝ ਦੀਜੈ। ਏ ਸੰਤ ਜੀ ਉਠੋ ਮੈਨੂੰ ਦੁੱਧ ਪਿਲਾਉਣਾ ਕਰੋ। ਗੁਰ ਸੁਤ ਅਹੋਂ ਛੁਦਤ ਲਖ ਲੀਜੈ। ਗੁਰੂ ਸਪੁੱਤਰ ਹਾਂ ਭੁੱਖ ਲੱਗੀ ਹੈ ਦੁੱਧ ਪਿਲਾਉਣਾ ਕਰੋ। ਬਾਣੀ ਸੁਨਤ ਆਨੰਦ ਬਿਲੰਦੇ। ਬਾਣੀ ਸੁਣ ਕੇ ਬਹੁਤ ਆਨੰਦ ਪ੍ਰਸੰਨ ਹੋਏ ਬੁੱਢਣ ਸਾਹ ਜੀ। ਉਠ ਤੂਰਨ ਹੀ ਜੁਗ ਪਦ ਬੰਦੇ। ਉੱਠ ਕੇ
ਦੋਨੇ ਚਰਨਾਂ ਤੇ ਨਮਸਕਾਰ ਕੀਤੀ। ਗਹਿ ਰਕਾਬ ਕੋ ਤਰੇ ਉਤਾਰੇ। ਰਕਾਬ ਫੜ ਕੇ ਬਾਬਾ ਗੁਰਦਿੱਤਾ ਜੀ ਨੂੰ ਘੋੜੇ ਤੋਂ ਹੇਠਾਂ ਉਤਾਰਿਆ। ਬੈਠਾਰੇ ਤ੍ਰਿਣ ਛਿਤ ਕੁਛ ਡਾਰੇ। ਔਰ ਧਰਤੀ ਤੇ ਕੁਝ ਕੱਖ ਵਿਛਾ ਕਰਕੇ ਆਸਣ ਬਣਾ ਕਰਕੇ ਬਿਠਾਇਆ। ਆਨ ਅਜਾ ਕੋ ਦੁਗਧ ਪਿਲਾਇਓ। ਬੱਕਰੀਆਂ ਦਾ ਦੁੱਧ ਚੋ ਕੇ ਲਿਆ ਕਰਕੇ ਪਿਲਾਉਣਾ ਕੀਤਾ। ਪੂਰਬ ਕੋ ਪ੍ਰਸੰਗ ਸਭ ਗਾਇਓ। ਔਰ ਪੂਰਬਲਾ ਸਾਰਾ ਪ੍ਰਸੰਗ ਕਹਿ ਕੇ ਸੁਣਾਇਆ। ਸਿਰ ਗੁਰ ਦਿੱਤੇ ਸੁਨ ਕਰ ਕਹਿਓ। ਔਰ ਬਾਬਾ ਗੁਰਦਿੱਤਾ ਜੀ ਨੇ ਸੁਣ ਕੇ ਕਿਹਾ, ਨਗਰ ਬਸਾਵਨ ਕੋ ਹਮ ਚਾਹਿਓ। ਅਸੀਂ ਸੁੰਦਰ ਨਗਰ ਵਸਾਉਣਾ ਚਾਹੁੰਦੇ ਹਾਂ। ਕਹਾਂ ਰਚੈ ਸੋ ਦੇਹੋ ਬਤਾਈ। ਹੇ ਫਕੀਰ ਜੀ, ਤੁਸੀਂ ਕਿਰਪਾ ਕਰਕੇ ਦੱਸ ਦਿਓ ਕਿੱਥੇ ਨਗਰ ਵਸਾਈਏ। ਕੁਛ ਆਗਲ ਸੁਧ ਕਹੋ 부ਝਾਈ। ਅੱਗੇ ਦੀ ਵੀ ਕੋਈ ਖਬਰ ਸਾਨੂੰ ਦੱਸਣਾ ਕਰੋ। ਸ੍ਰੀ ਨਾਨਕ ਕੇ ਮੇਲੀ ਅਹ। ਤੁਸੀਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਮੇਲੀ ਹੋ। ਸ੍ਰੀ ਨਾਨਕ ਕੇ ਮੇਲੀ ਅਹ। ਚਿਰੰਕਾਲ ਤਪ ਤਾਪਤ ਰਹੇ। ਚਿਰੰਕਾਲ ਤੋਂ ਤਪ ਸਾਧਨਾ ਕਰ ਰਹੇ ਹੋ। ਸੁਨ ਬੋਲਿਓ ਤਬ ਬੁੱਢਣ ਸਾਹੂ। ਸੁਣ ਕੇ ਤਦੋਂ ਬੁੱਢਣ ਸਾਹਿਬ ਫਕੀਰ ਬੋਲਿਆ, ਸਤਿਗੁਰ ਕਹਿਓ ਸਕਲ ਤੁਮ ਪਾਹੂ। ਔਰ ਕਿ ਸਭ ਕੁਝ ਤੁਹਾਡੇ ਕੋਲ ਹੈ, ਤੁਹਾਨੂੰ ਗੁਰੂ ਪਿਤਾ ਜੀ ਨੇ ਸਭ ਕੁਝ ਦੱਸ ਹੀ ਦਿੱਤਾ ਹੋਣਾ। ਕੁਛ ਕਹਿ ਮੋਤੇ ਸੁਣ ਲੀਜੈ। ਬਾਕੀ ਜੋ ਕੋਈ ਗੱਲ ਹੈ ਉਹ ਮੈਥੋਂ ਸੁਣ ਲੈਣਾ ਕਰੋ। ਇਸ ਗਿਰ ਨਿਕਟ ਨਗਰ ਕੋ ਕੀਜੈ। ਇਸ ਪਹਾੜ ਦੇ ਨੇੜੇ ਨਗਰ ਵਸਾਉਣਾ ਕਰੋ। ਇਹਾਂ ਨਿਵਾਸ ਤੁਮਾਰੋ ਹੋਏ। ਇੱਥੇ ਤੁਹਾਡਾ ਨਿਵਾਸ ਹੋਵੇਗਾ। ਫਿਰ ਗੁਰ ਸੰਗ ਆਏ ਸਭ ਕੋਏ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਾਲ ਸਿੱਖ ਸੰਗਤਾਂ ਸੂਰਮੇ ਸਾਰੇ ਆਉਣਗੇ। ਕਰ ਸੰਗਰਾਮ ਪਹੁੰਚੈ ਇਹਾਂ। ਤੁਰਕਾਂ ਦੇ ਨਾਲ ਸੰਗਰਾਮ ਯੁੱਧ ਕਰਕੇ ਇੱਥੇ ਪਹੁੰਚਣਗੇ। ਤੋਹੇ ਤੁਰਕ ਸੰਘਾਰਣ ਮਹਾ। ਔਰ ਰਣ ਭੂਮਿਕਾ ਵਿੱਚ ਬਹੁਤ ਸਾਰੇ ਤੁਰਕਾਂ ਦਾ ਵਿਨਾਸ਼ ਕਰਕੇ ਅਖੀਰ ਅੰਤ ਸਮੇਂ ਇਸ ਪਾਸੇ ਆਉਣਗੇ। ਤਨ ਤਜ ਗੁਰ ਪਰ ਲੋਕ ਪਧਾਰੈ। ਇਸੇ ਅਸਥਾਨ ਤੇ ਛੇਵੇਂ ਗੁਰੂ ਸਰੀਰ ਤਿਆਗ ਕੇ ਸੱਚਖੰਡ ਜਾਣਗੇ। ਤੁਮਰੋ ਸੁਤ ਬੋ ਸੁਜਾਸ ਬਿਥਾਰੈ। ਤੁਹਾਡਾ ਸਪੁੱਤਰ ਇਸ਼ਾਰਾ ਹੈ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਵੱਲ। ਉਹ ਬਹੁਤ ਜਸ ਫੈਲਾਵੇਗਾ। ਔਰ ਮੈਂ ਬਾਸਹਾਂਗੇ ਚਿਰਕਾਲ। ਚਿਰੰਕਾਲ ਤੱਕ ਨਵੇਂ ਨਗਰ ਵਿੱਚ ਬਸਣਗੇ। ਸਿੱਖੀ ਕੋ ਬਿਸਤਰ ਹੈ ਵਿਸਾਲ। ਸਿੱਖੀ ਦਾ ਬਹੁਤ ਫੈਲਾਵ ਹੋਵੇਗਾ, ਵਿਸਤਾਰ ਹੋਵੇਗਾ। ਸ੍ਰੀ ਨਾਨਕ ਬਚ ਸਿਮਰਨ ਧਰੋ। ਔਰ ਮੈਂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਬਚਨਾਂ ਨੂੰ ਚੇਤੇ ਕਰਦਾ ਹਾਂ ਸ੍ਰੀ ਹਰਿ ਗੋਬਿੰਦ ਦਰਸ਼ਨ ਕਰੋ। ਕਿ ਮਨ ਵਿੱਚ ਆਸ ਸੀ ਕਿ ਛੇਵੇਂ ਸਰੂਪ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਾਂਗਾ। ਗੁਰ ਕਰੁਣਾ ਤੇ ਕੀਨ ਕਮਾਈ। ਔਰ ਗੁਰੂਆਂ ਦੀ ਕਿਰਪਾ ਦੇ ਨਾਲ ਅਸਾਂ ਨੇ ਕਮਾਈ ਕੀਤੀ ਹੈ। ਨਿਕਟ ਪਹੁੰਚੋ ਚਰਨ ਮਨਾਈ। ਔਰ ਚਰਨਾਂ ਨੂੰ ਮਨਾ ਕਰਕੇ ਬਾਬਾ ਗੁਰਦਿੱਤਾ ਜੀ ਪਹਾੜਾਂ ਦੇ ਹੇਠਾਂ ਉਹ ਸਥਾਨ ਰਮਣੀਕ ਸਥਾਨ ਦੇਖ ਕੇ ਪਹੁੰਚੇ। ਇਮ ਕਹਿ ਰਹਿਓ ਮੋਨ ਕੋ ਠਾਨ। ਔਰ ਇਸ ਤਰ੍ਹਾਂ ਬਾਬਾ ਗੁਰਦਿੱਤਾ ਜੀ ਇਮ ਕਹਿ ਰਹੇ ਹੋ ਮੌਨ ਕੋ ਠਾਨ। ਬੁੱਢਣ ਸਾਹਿਬ ਫਕੀਰ ਚੁੱਪ ਕਰ ਰਹੇ ਸਾਰੀ ਗੱਲ ਸਮਝਾ ਕੇ। ਸਿਰ ਗੁਰ ਦਿੱਤੇ ਸੁਨ ਸਭ ਕਾਨ। ਬਾਬਾ ਗੁਰਦਿੱਤਾ ਜੀ ਸਾਰੀ ਗੱਲ ਸੁਣ ਕੇ ਕੰਨੀ ਉਤਰੇ ਗਿਰਤੇ ਤਬ ਚਲ ਆਏ। ਪਹਾੜਾਂ ਤੋਂ ਹੇਠਾਂ ਉਤਰ ਕੇ ਚੱਲ ਕੇ ਆਏ। ਲਗੇ ਬਿਲੋਕਨ ਥਾਨ ਸੁਹਾਏ। ਰਮਣੀਕ ਸੁੰਦਰ ਜਗ੍ਹਾ ਦੇਖਣ ਲੱਗੇ। ਕਾਰੀਗਰ ਮਜੂਰ ਬੁਲਵਾਏ। ਕਾਰੀਗਰ ਦੇ ਮਜ਼ਦੂਰਾਂ ਨੂੰ ਸੱਦਿਆ। ਸਤਨਾਮ ਕਹਿ ਗੁਰੂ ਮਨਾਏ। ਸਤਨਾਮ ਵਾਹਿਗੁਰੂ ਉਚਾਰਨ ਕਰਕੇ ਸਾਰੇ ਗੁਰੂ ਸਾਹਿਬਾਨਾਂ ਦੇ ਚਰਨਾਂ ਨੂੰ ਮਨਾ ਕੇ ਬਾਟਿਓ ਸਭ ਮੈਂ ਬਹੁ ਮਿਸਟਾਨ। ਬਹੁਤ ਸਾਰਾ ਮਿਸ਼ਟਾਨ ਵਰਤਾਉਣਾ ਕੀਤਾ। ਟਕ ਲਗਾਏ ਉਪਨੇ ਪਾਨ। ਔਰ ਆਪਣੇ ਹੱਥੀਂ ਬਾਬਾ ਗੁਰਦਿੱਤਾ ਜੀ ਨੇ ਟੱਕ ਲਗਾਉਣਾ ਕੀਤਾ। ਰਚਨ ਲਗੇ ਕਾਰੀਗਰ ਕਨੇ। ਬਹੁਤ ਸਾਰੇ ਕਾਰੀਗਰ ਲੱਗ ਕਰਕੇ ਨਗਰ ਰਚਣ ਲੱਗੇ। ਸੁੰਦਰ ਮੰਦਰ ਬਹੁ ਬਿਦ ਛਿਨੇ। ਸੁੰਦਰ ਸੁੰਦਰ ਮੰਦਰ ਬਹੁਤ ਚਿਣ ਦਿੱਤੇ ਛੇਤੀ ਹੀ। ਜਹ ਕਹਤੇ ਗਨ ਲੋਕ ਬਸਾਏ। ਜਿੱਥੋਂ ਕਿੱਥੋਂ ਲੋਕਾਂ ਨੂੰ ਸੱਦ ਕੇ ਉਸ ਨਵੇਂ ਨਗਰ ਵਿਖੇ ਵਸਾਉਣਾ ਕੀਤਾ ਬਾਬਾ ਗੁਰਦਿੱਤਾ ਜੀ ਨੇ। ਗੁਰਪੁਰ ਜਾਣ ਪਏ ਸਮੁਦਾਏ। ਔਰ ਗੁਰਪੁਰੀ ਜਾਣ ਕਰਕੇ ਸਾਰੇ ਜਿੱਥੋਂ ਕਿੱਥੋਂ ਆ ਕਰਕੇ ਬਸਣ ਲੱਗੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕਿਹਾ ਨਵਾਂ ਨਗਰ ਵਸਾਉਣਾ ਤੇ ਨਾਮ ਗੁਰ ਕੀਰਤਪੁਰ ਸਾਹਿਬ ਰੱਖਣਾ।
ਪਹਿਲਾਂ ਗੁਰ ਕੀਰਤਪੁਰ ਸਾਹਿਬ ਨਾਮ ਸੀ, ਹੁਣ ਕੱਲਾ ਕੀਰਤਪੁਰ ਆਖਦੇ ਹਨ। ਸੋ ਨਵਾਂ ਨਗਰ ਇਸ ਗੁਰੂ ਕੀ ਨਗਰੀ ਜਾਣ ਕੇ ਲੋਕੀ ਦੂਰੋਂ ਦੂਰੋਂ ਆ ਕੇ ਬਸਣ ਲੱਗੇ। ਸਿਰ ਗੁਰ ਦਿੱਤਾ ਸਭ ਸੁਖ ਦੇ ਕੈ, ਸਾਰਿਆਂ ਨੂੰ ਸੁਖ ਦੇ ਕੇ ਬਾਬਾ ਗੁਰਦਿੱਤਾ ਜੀ ਨਰ ਸਕੇਲ ਕਰ ਤਹਾਂ ਬਸੈ ਕੈ। ਸਾਰੇ ਲੋਕਾਂ ਨੂੰ ਇਕੱਠਿਆਂ ਕਰਕੇ ਕਿ ਗੁਰ ਕੀਰਤਪੁਰ ਸਾਹਿਬ ਨਗਰ ਵਿਖੇ ਵਸਾਉਣਾ ਕੀਤਾ। ਬਸੇ ਆਪ ਪੀ ਬਹੁ ਸੁਖ ਪਾਏ, ਆਪ ਵੀ ਬਸ ਕੇ ਬਹੁਤ ਸੁਖ ਪਾਉਣਾ ਕੀਤਾ। ਸਭ ਕੀ ਸੁਧ ਸੰਭਾਰ ਚਿਤ ਲਾਏ, ਸਾਰਿਆਂ ਦੀ ਸੁਧ ਸਾਰ ਸੰਭਾਲ ਕਰਦੇ ਹਨ। ਧਰੇ ਗਰਭ ਨਤੀ ਬੜ ਭਾਗਨ, ਵੱਡਿਆਂ ਭਾਗਾਂ ਵਾਲੇ ਨੱਤੀ ਜੀ ਨੇ ਦੂਜਾ ਗਰਭ ਧਾਰਨ ਕੀਤਾ। ਬਸੈ ਸਦਾ ਪਤ ਕੀ ਅਨੁਰਾਗਨ, ਜੋ ਆਪਣੇ ਪਤੀ ਬਾਬਾ ਗੁਰਦਿੱਤਾ ਜੀ ਦੀ ਸਦਾ ਪ੍ਰੇਮਣ ਹਨ। ਪਾਤ ਸਹਾ ਸਪਤ में परसूत, ਗਰਭ ਵਿੱਚ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਆਏ ਹਨ। ਬਦਤ ਚਾਂਦ ਸਮ ਗਰਭ ਸਪੂਤ, ਚੰਦਰਮਾ ਦੇ ਸਮਾਨ ਇਹ ਗਰਭ ਵਿੱਚ ਵੱਧ ਰਹੇ ਹਨ। ਜੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਉੱਤਰਾਧਿਕਾਰੀ ਸਤਵੇਂ ਗੁਰੂ ਪ੍ਰਸਿੱਧ ਹੋਣਗੇ। ਸੋ ਸਾਧ ਸੰਗਤ ਜੀ ਇੱਥੇ ਇਤਿਹਾਸ ਸੰਪੂਰਨ ਹੋਇਆ। ਇਤਿਹਾਸ ਸੰਪੂਰਨ ਕਰਨ ਵਾਸਤੇ ਕੁਝ ਕੁ ਸਮਾਂ ਉੱਪਰ ਹੋ ਗਿਆ, ਖਿਮਾ ਦਾ ਜਾਚਕ ਹਾਂ। ਆਓ ਵਾਹਿਗੁਰੂ ਮੰਤਰ ਦਾ ਜਾਪ ਕਰਕੇ ਉਹ ਸਮਾਪਤੀ ਕਰੀਏ। ਸਾਰੇ ਮਾਈ ਭਾਈ ਰਸਨਾ ਪਵਿੱਤਰ ਕਰੀਏ। ਵਾਹਿਗੁਰੂ 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 ਹਰ ਹਰ ਨਾਮ ਜਪੰਤਿਆਂ ਕਛ ਨ ਕਹਿ ਜਮਕਾਲ। ਨਾਨਕ ਮੰਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ। ਧਰੇ ਗਰਭ ਨਤੀ ਬੜ ਭਾਗਨ, ਬਸ ਹੈ ਸਦਾ ਪਤ ਕੀ ਅਨੁਰਾਗਨ। ਪਾਤ ਸਹਾय ਸਪਤ ਮੇ ਪਰਸੂਤ, ਬਦਤ ਚਾਂਦ ਸਮ ਗਰਭ ਸਪੂਤ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।